ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਆਊ ਰੰਗ ਪੰਜਾਬ ਦੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਕਰਦਾ। ਸੋ ਦੋਸਤੋ, ਅੱਜ ਅਸੀਂ ਪੁੱਜੇ ਹੋਏ ਹਾਂ। ਅੱਜ ਸਾਡੀ ਟੀਮ ਪੁੱਜੀ ਹੋਈ ਹੈ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਠੂਰ ਦੇ ਵਿੱਚ। ਕਿਉਂਕਿ ਕਬੱਡੀ ਦੇ ਖੇਤਰ ਦੇ ਵਿੱਚ ਗੱਲ ਕਰੀਏ, ਸ਼ਾਂਗੇ ਦੀ ਗੱਲ ਹੋਵੇ ਜਾਂ ਏਕਮ ਨਾਨਕ ਨਿਰਭੈ, ਤੇ ਉਹਨਾਂ ਦੇ ਵਿੱਚੋਂ ਹੀ ਇੱਕ, ਉਹਨਾਂ ਤੋਂ ਵੀ ਨਿਰਭੈ ਹੋਣ ਤੋਂ ਵੀ ਪਹਿਲਾਂ ਦਾ ਇੱਕ ਬਹੁਤ ਵਧੀਆ ਕਬੱਡੀ ਖਿਡਾਰੀ ਸਰਦਾਰ ਪ੍ਰਗਟ ਸਿੰਘ ਜੀ ਹਠੂਰ, ਜੋ ਕਿ ਇੱਕ ਗੱਲ ਮੈਂ ਇੱਥੇ ਤੁਹਾਨੂੰ ਦੱਸ ਦੇਵਾਂ ਕਿ ਜੋ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਨੇ, ਗੀਤਕਾਰ ਨੇ, ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਮੰਗਲ ਹਠੂਰ ਜੀ, ਉਹਨਾਂ ਦੇ ਭਰਾ ਨੇ ਪ੍ਰਗਟ ਹਠੂਰ ਜੀ। ਆਓ ਫਿਰ ਅੱਜ ਆਪਾਂ ਪ੍ਰਗਟ ਜੀ ਦੇ ਨਾਲ ਕਰਦੇ ਹਾਂ ਗੱਲਬਾਤ, ਕਰੀਏ ਸਵਾਗਤ। ਹਾਂਜੀ, ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਚੈਨਲ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਾਡੇ ਪਿੰਡ 'ਚ ਇੰਟਰਵਿਊ ਲੈਣ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ। ਸਰੋਤਿਆਂ ਨੂੰ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਨੇ ਸਰ? ਠੀਕ ਹੈ ਸਰ ਜੀ, ਬਿਲਕੁਲ ਠੀਕ ਹੈ ਜੀ। ਸੋ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਹਾਡੀ ਜ਼ਿੰਦਗੀ ਦੀਆਂ ਜੀ। ਕਿੰਨਾ ਸਮਾਂ ਕਬੱਡੀ ਖੇਡੀ, ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਕਬੱਡੀ ਦਾ ਸਫ਼ਰ, ਤੇ ਕਿੰਨਾ ਕਰਕੇ ਤੁਸੀਂ ਕਬੱਡੀ ਵੱਲ ਆਏ। ਸੋ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਜਨਮ ਤੋਂ। ਤੁਹਾਡਾ ਜਨਮ ਕਦੋਂ ਹੋਇਆ ਸੀ? ਸਰ, ਮੇਰਾ ਜਨਮ 7/4/1965 ਨੂੰ ਹੋਇਆ ਸੀ। ਮੇਰੇ ਪਿਤਾ ਜੀ ਕਰਨੈਲ ਸਿੰਘ, ਮਾਤਾ ਜੀ ਗਿਆਨ ਕੌਰ ਜੀ ਦੇ ਕੁੱਖੋਂ ਜਨਮ ਹੋਇਆ ਜੀ। ਜੀ ਜੀ। ਉਹ ਮੇਰੇ ਪਿਤਾ ਜੀ ਬੋਰੀ ਚੱਕਦੇ ਹੁੰਦੇ ਸੀ ਜੀ ਪਿੰਡਾਂ 'ਚ ਜੀ। ਤੇ ਉਹਨਾਂ ਨੇ ਮੈਨੂੰ ਖੇਡਣ ਦੀ ਤਰਜੀਹ ਦਿੱਤੀ ਵੀ ਤੁਸੀਂ ਸਪੋਰਟਸ ਕਰੋ ਜੀ। ਜੀ ਜੀ। ਫਿਰ ਮੈਂ ਇੱਧਰ ਨੂੰ ਕਬੱਡੀ ਕਰਨੀ ਨੂੰ, ਪਹਿਲਾਂ ਮੈਂ 1-2 ਵਾਰੀ ਬੋਰੀ ਚੱਕੀ ਤੇ ਸੱਥਾਂ 'ਚ ਇਕੱਠ ਹੁੰਦਾ ਸੀ ਜੀ। ਫਿਰ ਮੈਨੂੰ ਉਹਨਾਂ ਨੇ ਹੌਲੀ ਹੌਲੀ ਕਬੱਡੀ ਕਰਨੀ ਸ਼ੁਰੂ ਕੀਤਾ ਜੀ। ਜੀ। ਫਿਰ ਮੈਂ 1983 'ਚ 10ਵੀਂ ਕਰਦਾ ਸੀ ਸਰ। ਉਸ ਤੋਂ ਬਾਅਦ ਮੈਂ 62 ਕਿਲੋ ਤੋਂ ਸ਼ੁਰੂ ਕੀਤੀ ਜੀ। 2 ਸਾਲ ਮੈਂ 62 ਕਿਲੋ ਖੇਡਿਆ। ਹਾਂਜੀ। ਫਿਰ ਇੱਕ ਵਾਰੀ ਸਾਡਾ ਮੈਚ ਭੱਦਲਵੱਡ ਸੀ ਜੀ। ਉੱਥੇ ਜੀਰਾ ਮਿੱਲ ਦਾ ਤੇ SD ਕਾਲਜ ਬਰਨਾਲਾ ਦਾ ਸ਼ੋਅ ਮੈਚ ਸੀ। ਮੰਦਰ ਵਕਤ ਗੜੀਆ, ਚੀਕੂ ਤੇ ਭੱਦਲਵੜੀਆ, ਪਾਲੀ, ਰਾਜੋ ਵਾਲੀਆਂ ਜੀਤਪਾਲ, ਸਾਹਨੇ ਵਾਲੀਆਂ ਦੇਵ ਕਲਸੀਆਂ ਵਾਲਾ ਸਰਜੀਤ, ਇਹਨਾਂ ਦਾ ਸ਼ੋਅ ਮੈਚ ਸੀ। ਰਾਜੂ ਹੁਣਾਂ ਨਾਲ, ਲਾਲੇ ਹੁਣਾਂ ਨਾਲ। ਤੇ ਇਹ ਇੱਥੇ ਤਲਵੰਡੀ ਦੀ ਟੀਮ ਆਈ ਸੀ ਜੀ, ਫਲੋਰ ਦੀ, ਦੁਆਬੇ ਦੀ। ਉਸ ਇੱਧਰ ਆਪਣੇ 62 ਕਿਲੋ ਸਾਰਿਆਂ ਨੂੰ ਜਿੱਤਦੀ ਸੀ ਜੀ। ਇੱਕ ਜਾਂ ਤਾਂ ਅਸੀਂ ਹਰਾਉਂਦੇ ਸੀ ਜੀ ਉਹਨਾਂ ਨੂੰ, ਜਾਂ ਪਿੰਡਰਾਂ ਵਾਲੇ ਬਿੱਲੇ ਹੁਣੀ ਹਰਾਉਂਦੇ ਸੀ ਜੀ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ, ਮੈਂ ਬਤੌਰ ਰੇਡਰ ਸੀ ਜੀ ਉਦੋਂ, ਮੈਨੂੰ ਉਹ ਫਿਰ CPED 'ਚ ਦਾਖਲਾ ਕਰਵਾ ਕੇ ਫਿਜ਼ੀਕਲ ਪਟਿਆਲੇ ਲੈ ਕੇ ਜੀ, ਫਿਜ਼ੀਕਲ ਕਲੱਬ ਪਟਿਆਲੇ। ਫਿਰ ਉੱਥੋਂ ਮੈਂ ਪਹਿਲਾ ਸ਼ੋਅ ਮੈਚ ਸੰਘੇੜੇ ਲਾਇਆ। ਉਦੋਂ ਵੀ ਮੈਂ ਰੇਡ ਪਾਈ ਜੀ, ਮੋਗਾ ਦੇ ਵਿਰੁੱਧ ਜੀ, ਤੇ ਵਧੀਆ ਰੇਡ ਪਾਈ ਜੀ, ਕੋਈ ਜੱਫਾ ਨਹੀਂ ਸੀ, ਪਰਮਾਤਮਾ ਦੀ ਮਿਹਰ ਸੀ। ਤੇ ਉਸ ਤੋਂ ਬਾਅਦ ਮੈਨੂੰ ਫਿਜ਼ੀਕਲ ਕਾਲਜ ਦੇ ਵਿੱਚ ਅਸੀਂ ਟ੍ਰੇਨਿੰਗ ਕਰਦੇ ਹੁੰਦੇ ਸੀ ਜੀ। ਉੱਥੇ ਮੱਲੀ ਸਾਹਿਬ ਕੋਲ ਸੀ, ਉਹਨਾਂ ਨੇ ਮੈਨੂੰ ਬਤੌਰ ਜਾਫੀ ਅਗਲੇ ਸਾਲ ਉਤਾਰਿਆ ਗਰਾਊਂਡ 'ਚ ਜੀ। ਜਾਫ ਵੀ ਬਹੁਤ ਵਧੀਆ ਕੀਤੀ ਜੀ। ਸਪੀਡ ਸੀ ਕੋਲ, ਸਾਰਾ ਕੁਝ ਸੀ ਜੀ। ਇੰਡੋਰਸ ਵਧੀਆ ਸੀ ਜੀ। ਤੇ ਉਸ ਤੋਂ ਬਾਅਦ 2 ਸਾਲ ਮੇਰੇ ਨਾਲ ਸੁਲਤਾਨਾ ਚੌਧਰੀ, ਇਹ ਰੇਡਰ ਸੀ ਜੀ, ਤੇ ਹਰਦੇਵ ਸੀ ਜੀ ਪਟਿਆਲੇ ਵਾਲਾ, ਮੰਦਰ ਭਗਤ ਗੜੀਆ, ਚੀਕੂ, ਸਾਹਨੇ ਵਾਲੀਆ ਦੇਵੇ ਜਾਫੀ ਸੀ ਜੀ, ਕਲਸੀਆਂ ਵਾਲਾ ਸਰਜੀਤ, ਮੈਂ ਵੀ ਜਾਫੀ ਸੀ ਜੀ ਨਾਲ। ਫਿਰ ਅਸੀਂ ਫੱਗੂ ਵਾਲੇ ਸ਼ੋਅ ਵਿੱਚ ਬਿਜਲੀ ਬੋਰਡ ਨਾਲ ਪ੍ਰੀਤਮ ਸੌਂਸਪੁਰੀਏ ਨਾਲ ਲਾਇਆ ਜੀ। ਉੱਥੇ ਚਲੋ ਮੇਰੇ ਜੱਫੇ ਸੀ ਜੀ, ਪ੍ਰੀਤਮ ਨੂੰ ਵੀ ਜੱਫੇ ਸੀ, ਇਹ ਰੁਕਦੇ ਨਹੀਂ ਸੀ। ਉਦੋਂ ਮੈਂ ਇਹਨਾਂ ਤੋਂ ਕਾਫੀ ਜੂਨੀਅਰ ਸੀ ਜੀ। ਤੇ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਵਧੀਆ ਮੈਚ ਖੇਡੇ। ਫਿਰ ਮੇਰੇ ਪਿੰਡ ਵਾਲੇ ਮੈਨੂੰ ਵਾਪਸ ਲਿਆਏ ਵੀ ਆਪਣੇ ਪਿੰਡ ਦੀ ਟੀਮ ਦਾ ਨਾਮ ਖਤਮ ਹੋ ਗਿਆ। ਫਿਰ ਅਸੀਂ ਪਿੰਡੋਂ 1996 'ਚ ਜੀ ਗਏ ਸੀ ਖੇਡਣ ਲੌਂਗੋਵਾਲ। ਉੱਥੇ ਸਾਨੂੰ ਭਰਤ ਦਾਸ ਗੁਰਮਾ ਜੀ ਮਿਲੇ, ਉਹਨੂੰ ਮੈਂ ਆਪਦੇ ਪਿੰਡ 'ਚ ਲਿਆਇਆ। ਮੇਰਾ ਨਿੱਜੀ ਦੋਸਤ ਵੀ ਹੈ ਜੀ, ਪਰਿਵਾਰਕ ਰਿਲੇਸ਼ਨ ਵੀ ਆ। ਮੇਰੇ ਕੋਲ 17 ਸਾਲ ਰਹਿ ਕੇ, ਇੱਕ ਬੈੱਡ ਸੌਂ ਕੇ, ਇੱਕ ਸਾਰਾ ਕੁਝ ਕਰਕੇ ਸੀ ਇੱਕ ਟੀਮ 'ਚ ਖੇਡੇ ਜੀ। ਉਹਦੇ ਆਉਣ ਨਾਲ ਸਾਡੀ ਟੀਮ ਹੋਰ ਹੈਵੀ ਹੋ ਗਈ ਜੀ, ਤੇ ਬੜੇ ਯਾਦਗਾਰੀ ਮੈਚ ਖੇਡੇ ਜੀ। ਜਿਵੇਂ ਬੜੂੰਦੀ ਖੇਡੇ ਜੀ, SP ਪੰਨੂ ਸਾਹਿਬ ਨੇ, ਉਹਨਾਂ ਨੇ ਸਾਨੂੰ ਉੱਥੇ ਸੱਦਿਆ ਜੀ। ਤੇ ਅਸੀਂ ਉੱਥੇ ਜੰਡ ਵਾਲੇ ਬਾਜੀ ਨਾਲ ਮੈਚ ਸੀ, ਬਟਾਰੀ 'ਚ ਖੇਡਦਾ ਸੀ ਜੀ। ਅਸੀਂ ਇਹਨਾਂ ਨੂੰ ਜਿੱਤਿਆ ਜੀ। ਤੇ ਸਾਨੂੰ ਚਲੋ ਉਦੋਂ 2900 ਕਿਰਾਇਆ SP ਸਾਹਿਬ ਨੇ ਆਪ ਦੀ ਜੇਬ 'ਚੋਂ ਦਿੱਤਾ। ਤੇ ਜਿਵੇਂ ਅਸੀਂ ਇੱਥੇ 1954 ਦਾ ਮੈਂ ਇੰਡੀਆ ਪੁਲਿਸ ਖੇਡ ਗਿਆ ਸੀ ਜੀ, ਪਹਿਲੀ ਪਟਨੇ ਐਥਲੈਟਸ ਦੀ। ਚੱਕਰ ਮੈਚ ਹੋਇਆ ਸੀ ਸਾਡਾ ਗਾਲਵ ਨਾਲ, ਮੈਨੂੰ ਪਿੰਡ ਵਾਲੇ ਚੱਕ ਕੇ ਲੈ ਗਏ ਜੀ ਵਾਪਸ ਬੱਸ ਅੱਡੇ ਤੋਂ ਹੀ। ਤੇ ਉਦੋਂ ਵੀ ਮੇਰੇ ਜੂੜਾ ਹੁੰਦਾ ਸੀ ਜੀ। ਅਸੀਂ ਗਾਲਵ ਨਾਲ ਮੈਚ ਲਾਇਆ ਜੀ, ਵੀ ਇੰਨਾ ਮੈਚ ਵਧੀਆ ਲੱਗਿਆ ਹੋ ਵੀ 13 ਜੱਫੇ ਸੀ ਜੀ ਮੇਰੇ ਮੰਦਰ ਨੂੰ ਇਕੱਲੇ ਇੱਕ ਮੈਚ 'ਚ। ਵਾਹ ਜੀ ਵਾਹ।
ਤੇ ਕਰਮੇ ਉਹਨਾਂ ਨੇ ਮੰਦਰ ਨੂੰ ਕਿਹਾ ਵੀ ਮੰਦਰਾ ਤੈਨੂੰ ਜੱਫੇ ਲਾਈ ਜਾਂਦਾ ਵੀ ਕੀ ਗੱਲ ਹੈ। ਕਹਿੰਦਾ ਵੀ ਮੇਰਾ ਗੁੱਟ ਦੁਖਦਾ ਵੀ ਇਹਨੂੰ ਕਿਵੇਂ ਲਤਾਲੇ ਆਵੇ ਕੱਲ ਨੂੰ। ਚਲੋ ਅਸੀਂ ਜਨੂਨ ਸੀ ਜੀ, ਲਤਾਲੇ ਚਲੇ ਗਏ ਮਗਰ। ਲਤਾਲੇ ਜਾ ਕੇ ਅਸੀਂ ਫਿਰ ਮੈਚ ਸਾਡਾ 6ਵੀਂ ਫਾਈਨਲ ਮੈਚ ਪੈ ਗਿਆ। ਸੀਆਂ ਦੌਦ ਵਾਲੇ ਘੋਲ ਹੋਣੀ ਰਹਿ ਗਈ, ਸਾਡੀ ਟੀਮ ਰਹਿ ਗਈ, ਉਧਰੋਂ ਮੰਦਰ ਦੀ ਰਹਿ ਗਈ ਜੀ। ਸਾਡਾ ਮੇਰਾ ਤੇ ਮੰਦਰ ਦਾ ਮੈਚ ਨਿਕਲਿਆ ਜੀ। ਉੱਥੇ ਵੀ 7 ਕੌਡੀਆਂ ਪਾਈਆਂ, 7 ਜੱਫੇ ਜੀ। ਉਸ ਤੋਂ ਬਾਅਦ ਜੀ ਚਲੋ ਮੰਦਰ ਬਹੁਤ ਵਧੀਆ ਰੇਡਰ ਸੀ ਜੀ। ਚਲੋ ਕਈ ਵਾਰ ਹੋ ਜਾਂਦੀ ਆ। ਤੇ ਫਿਰ ਉੱਥੇ ਮੰਦਰ ਨੂੰ ਕਰਮੇ ਉਹਨਾਂ ਨੇ ਫਿਰ ਕਿਹਾ ਜੀ, ਕਹਿੰਦਾ ਵੀ ਅੱਜ ਤਾਂ ਨਹੀਂ ਗੁੱਟਦਾ ਉਹਦਾ ਵੀ ਅੱਜ ਕਿਸ ਤਰ੍ਹਾਂ ਤੂੰ ਜੱਫੇ ਫੇਰ ਖਾ ਗਿਆ। ਕਹਿੰਦਾ ਬੰਦੇ 'ਚ ਸਪੀਡ ਵਾਲੀ ਆ, ਪਤਾ ਨਹੀਂ ਲੱਗਦਾ ਕਦੋਂ ਆ ਜਾਂਦਾ ਜੀ। ਤੇ ਵਧੀਆ ਖੇਡਿਆ ਜੀ। ਚਲੋ ਪ੍ਰਮਾਤਮਾ ਦੀ ਮਿਹਰ ਕਰੀ ਹੈ। ਗਾਜੀਆਂ ਨੇ ਕਾਲੇ ਹੋਣਾ ਨਾ, ਹਰਜੀਤ ਹੋਣਾ ਨਾ, ਦਿਆਲਗੜ੍ਹ ਜੀਜੀਆਂ ਪਹਿਲਾ ਸ਼ੋਅ ਮੈਚ ਲੱਗਿਆ ਸੀ ਸਾਡਾ ਜੀ। ਤੇ ਅਸੀਂ ਫਿਜ਼ੀਕਲ ਕਾਲਜ ਪਟਿਆਲੇ ਕੰਨਿਓ ਆਏ ਸੀ ਤੇ ਬੜੇ ਵਧੀਆ ਮੈਚ ਲੱਗਿਆ ਜੀ। ਯਾਦਗਾਰੀ ਮੈਚ ਬਹੁਤ ਸੀ ਜੀ। ਤੇ ਪਿੰਡ ਦੀ ਗੱਲ ਕਰੀਏ, ਤੁਸੀਂ ਤੁਹਾਡੇ ਪਿੰਡ ਦੇ ਖਿਡਾਰੀ ਕਿਹੜੇ ਸੀ ਤੁਹਾਡੇ ਨਾਲ? ਹਰ ਜੀ ਮੇਰੇ ਪਿੰਡ ਦੇ ਖਿਡਾਰੀ ਇੱਕ ਤਾਂ ਰੂਪਾ ਰੇਡਰ ਸੀ ਜੀ, ਇੱਕ ਕੁਲਦੀਪ ਕੀਪਾ ਜੀ ਤੇ ਇੱਕ ਭਰਥਾ ਸੀ ਜੀ। ਇਹ ਤਿੰਨੇ ਰੇਡਰ, ਭਰਥਾ ਮੇਨ ਸੀ ਜੀ, ਰੂਪਾ ਵੀ ਮੇਨ ਸੀ ਤੇ ਕੀਪਾ ਥੋੜਾ ਜਿਹਾ ਸਲੋ ਸੀ ਜੀ। ਤੇ ਜਾਫੀ ਸੀ ਕਾਲਾ ਜੀ, ਬਲਜੀਤ ਘੁੱਗੀ ਤੇ ਬੌਵੀ ਬਿੱਡਾ। ਅਸੀਂ ਇਹ 4-5 ਦੀ ਲਾਈਨ ਹੁੰਦੀ ਸੀ ਸਾਡੀ। ਇਹਨਾਂ ਚੋਂ ਇੱਕ ਦਾ ਜੇ ਕੋਈ ਮੈਸ ਵੀ ਹੁੰਦਾ, ਸਾਡਾ ਮੈਸ ਨਹੀਂ ਸੀ ਹੁੰਦਾ ਜੀ। ਅਸੀਂ ਸਾਨੂੰ ਇੰਨੀ ਲਗਨ ਸੀ ਵੀ ਅਸੀਂ ਜਾਂਦੇ ਸੀ। ਤੇ ਇਹ ਜਿਹੜੀ ਲਗਨ ਸੀ ਜੀ, ਮਨਜੀਤ ਬਿੱਲੇ ਦਾ ਬਹੁਤ ਵਧੀਆ ਰੇਡਰ ਹੋਇਆ, ਜਿਹਦਾ ਸਰੀਰ ਬਹੁਤ ਸੋਹਣਾ ਸੀ ਵੀ ਗਿੱਟਾ ਪਤਲਾ, ਖੁੱਚ ਭਾਰੀ ਤੇ ਗੋਡਾ ਪਤਲਾ, ਪੱਟ ਭਾਰੀ, ਲੱਕ ਢੱਡ ਪਤਲਾ, ਛਾਤੀ ਭਾਰੀ, ਇਹੋ ਜਿਹਾ ਸਰੀਰ ਸੀ ਜੀ। ਪੰਜਾਂ ਤੇ ਨੱਚਦਾ ਸੀ। ਉਦੋਂ ਮੈਂ 5ਵੀਂ ਕਲਾਸ 'ਚ ਪੜ੍ਹਦਾ ਸੀ ਜੀ। ਅਸੀਂ ਝੋਲੇ ਵੀ ਰੂੜੀ 'ਚ ਨੱਪ ਕੇ ਗਏ ਸੀ ਜੀ ਦੇਖਣ ਨੂੰ। ਫਿਰ ਉੱਥੇ ਜਾ ਕੇ ਮੈਂ ਸਹੁੰ ਪਾ ਲਈ ਵੀ ਮੈਂ ਖੇਡੂੰਗਾ ਤਾਂ ਕਬੱਡੀ ਖੇਡਣਾ ਜੀ। ਉਹਦੇ ਸਰੀਰ ਕੰਨੀ ਦੇਖ ਕੇ ਜੀ। ਤੇ ਉਸ ਤੋਂ ਬਾਅਦ ਸਾਡੇ ਪਿੰਡ ਦੇ ਧਨੰਤਰ ਹੋਏ ਨੇ ਜੀ, ਛਾਂਗਾ ਜੀ, ਬਹੁਤ ਵਧੀਆ ਧਨੰਤਰ ਹੋਏ ਨੇ। ਤੇ ਉਹਨਾਂ ਨੇ ਕੈਂਚੀ ਦੀ ਕਾਢ ਕੱਢੀ ਜੀ। ਪ੍ਰੋਫੈਸਰ ਸਰਵਣ ਸਿੰਘ ਜੀ ਨੇ ਕਿਤਾਬ ਵੀ ਲਿਖੀ ਜੀ ਉਹਨਾਂ ਤੇ। ਉਹਨਾਂ ਦੀਆਂ 2-3 ਮੈਨੂੰ ਯਾਦ ਵੀ ਹੈ ਜੀ ਵੀ ਜਦੋਂ ਕੈਂਚੀ ਮਾਰੀ ਸੀ ਵੀ ਲੋਕ ਕਹਿੰਦੇ ਵੀ ਆਹ ਨਿਆਣਾ ਜਾਂ ਕੀ ਪਾ ਲਿਆ। ਉਹਨਾਂ ਦੀ ਕਾਢ ਸੀ ਜੀ। ਤੇ ਗ੍ਰਿਪ ਬਹੁਤ ਸੀ ਹੱਥਾਂ 'ਚ ਉਹਨਾਂ ਦੇ ਜੀ। ਬਿਲਕੁਲ ਜੀ, ਬਿਲਕੁਲ। ਦੁਨੀਆ ਅੱਜ ਵੀ ਯਾਦ ਕਰਦੀ ਹੈ ਉਹਨਾਂ ਨੂੰ। ਅੱਛਾ, ਇੱਕ ਪਿੰਡ ਓਪਨ ਦੀ ਗੱਲ ਕਰੀਏ, ਤੁਸੀਂ ਪਿੰਡ ਦੀ ਟੀਮ ਤੋਂ ਇਲਾਵਾ ਫਿਰ ਹੋਰ ਕਿਹੜੇ ਪਿੰਡਾਂ ਦੇ ਵਿੱਚ ਕਿਹੜੇ ਖਿਡਾਰੀਆਂ ਨਾਲ ਖੇਡੇ ਹੋਏ? ਹਾਂਜੀ ਸਰ ਜੀ, ਪਹਿਲਾਂ ਤਾਂ ਮੈਂ ਆਪਣੇ ਨੀਲਾ ਜੀ ਆ ਫਿਰ ਉਹ ਮੇਰੇ ਆਪਦੇ ਟੂਰਨਾਮੈਂਟ ਤੇ ਮੇਰੇ ਪਿੰਡ ਮੈਨੂੰ ਰਜਿਸਟਰੀ ਕਰਾ ਕੇ ਲੈ ਗਿਆ ਸੀ ਵੀ ਮੇਰਾ ਟੂਰਨਾਮੈਂਟ ਜਿਤਾ ਕੇ ਦਿਓ। ਸਾਡਾ ਮੈਚ ਫਾਈਨਲ ਇੰਦਗੜ੍ਹ ਨਾਲ ਲੱਗਿਆ ਸੀ ਜੀ ਬਿੱਲੇ, ਉਹ ਅਸੀਂ ਜਿਤਾ ਕੇ ਉਹਨਾਂ ਨੂੰ ਦਿੱਤਾ। ਫਿਰ ਕਰਮੇ ਨੇ ਮੇਰੀ 1 ਸਾਲ ਰਜਿਸਟਰੀ ਰੱਖੀ ਜੀ ਵੀ ਮੈਨੂੰ ਮੈਚ ਜਿਤਾ ਕੇ ਦੇ। ਫਿਰ ਉਹਨਾਂ 'ਚ 1 ਸਾਲ ਖੇਡਿਆ ਜੀ। ਫਿਰ ਜਿਵੇਂ ਜਿਸ ਸਰਿੰਦਰ ਜੀ ਅੱਜ ਖੇਪਲ ਜੀ, ਉਹ ਲੈ ਗਏ ਸੀ ਜੀ 1 ਸਾਲ ਮੈਨੂੰ ਵੀ ਮੇਰੀ ਰਜਿਸਟਰੀ ਕਰਕੇ ਵੀ ਸਾਨੂੰ ਟੂਰਨਾਮੈਂਟ ਜਿਤਾ ਕੇ ਦੇ। ਫਿਰ ਉਧਰ ਗਲਜਾਰੀ ਜੀ, ਉਹਨਾਂ ਨਾਲ ਖੇਡਦੇ ਰਹੇ ਜੀ। ਸਰਿੰਦਰ ਬਚੀ ਜੀ, ਦਰਸ਼ਨ ਬਚੀ ਜੀ, ਘਰਾਚੋਂ ਵਾਲੇ ਸੋਮੇ ਹੋਣੀ ਸਾਰੇ ਉਧਰਲੇ ਏਰੀਏ 'ਚ ਕਾਫੀ ਅਸੀਂ 2 ਸਾਲ ਮੈਂ ਤੇ ਭਰਥਾ ਦੋਨੇ ਖੇਡਦੇ ਰਹੇ ਜੀ, ਇੱਕ ਟੀਮ ਬਣਾ ਕੇ ਜੀ। ਖੈਰ, ਤੁਹਾਡੀ ਜ਼ਿੰਦਗੀ ਦੇ ਮੈਚ ਨੇ ਜਿਹੜੇ ਹੋਰ ਵੀ ਯਾਦਗਾਰੀ ਬਹੁਤ ਹੋਣਗੇ ਜੀ। ਬਹੁਤ। ਤੇ ਉਹਨਾਂ ਦੇ ਵਿੱਚੋਂ ਵੀ ਕੁਝ ਇਦਾਂ ਦੇ ਮੈਚਾਂ ਦਾ ਜ਼ਿਕਰ ਕਰੋ ਵੀ ਜਿੱਥੇ ਤੁਹਾਡੀ ਜਿਹੜੀ ਪਹਿਚਾਣ ਬਣੀ ਹੋਵੇ, ਜਿੱਥੇ ਪਤਾ ਲੱਗੇ ਵੀ ਇਹ ਬੰਦਾ ਜਿਹੜਾ ਪ੍ਰਗਟ ਹਠੂਰ ਹੈ ਜਿਹੜਾ ਕਬੱਡੀ ਦੇ ਵਿੱਚ ਉਤਰਿਆ ਤੇ ਪੂਰੀ ਚਰਚਾ ਹੋਈ ਹੋਵੇ ਲੋਕਾਂ ਦੇ ਵਿੱਚ। ਸਰ ਜੀ, ਅਸੀਂ ਇੱਕ ਮੈਚ ਮੋਗੇ ਖੇਡਿਆ ਸੀ, ਕੈਨੇਡਾ ਕੱਪ, ਸ਼ਿਵਰਾਮ ਕੈਨੇਡਾ ਕੱਪ ਕਰਾਇਆ ਸੀ ਪਹਿਲੀ ਵਾਰ। ਉੱਥੇ 16 ਟੀਮਾਂ ਐਂਟਰ ਕਰੀਆਂ ਸੀ ਜੀ ਪੰਜਾਬ ਦੀਆਂ, ਜਿਹਦੇ ਵਿੱਚ ਸਾਨੂੰ ਵੀ ਚੜਕ ਵਾਲੇ ਕਰਕੇ ਗਏ ਸੀ ਇਨਵਾਈਟ ਵੀ ਤੁਸੀਂ ਆਉਣਾ, ਬਬਲੀ ਹੁਣੀ। ਉੱਥੇ ਸਾਡਾ ਪਹਿਲਾ ਮੈਚ ਚੱਕਰ ਨਾਲ ਲੱਗਿਆ ਸੀ ਜੀ। ਚੱਕਰ ਟੀਮ ਵਧੀਆ ਸੀ ਜੀ, ਪਿੰਡ ਵਾਰ ਨਰੋਲ ਪਿੰਡ 'ਚ ਕਿਸੇ ਨੂੰ ਹਰਦੀ ਨਹੀਂ ਸੀ, ਅਸੀਂ ਸਿਰਫ ਹਰਾਉਂਦੇ ਸੀ। ਉੱਥੇ ਸਾਡਾ ਮੈਚ ਚੱਲਿਆ ਜੀ ਤੇ ਰੂਪੇ ਦੇ ਪਹਿਲੀ ਰੇਡ 'ਚ ਹੀ ਸੱਟ ਲੱਗ ਗਈ ਜੀ, ਡਿਸਕ ਪ੍ਰੋਬਲਮ ਹੋ ਗਈ। ਤੇ ਭਰਥੇ ਨੇ ਜੱਜ ਕੇ ਕੌਡੀਆਂ ਪਾਈਆਂ, ਇੱਕ ਕੁਲਦੀਪ ਕੀਪਾ ਉਹਨੇ ਜੱਜ ਕੇ ਕੌਡੀਆਂ ਪਾਈਆਂ। ਅਸੀਂ ਉਹਨਾਂ ਨੂੰ 2.5 ਮਿੰਟਾਂ ਤੇ ਲੀਡ ਕੀਤਾ ਜੀ। ਉਸ ਤੋਂ ਬਾਅਦ ਪ੍ਰੋਫੈਸਰ ਸਰਵਣ ਸਿੰਘ ਜੀ ਉੱਥੇ ਕਰਤਾ ਧਰਤਾ ਸੀ ਜੀ, ਉਹਨਾਂ ਨੇ ਸਾਨੂੰ ਇਤਰਾਜ਼ ਕਰਕੇ ਹਰਾਤਾ। ਉਹਦੇ 'ਚ ਉਧਰ ਦੂਜੇ ਪਾਸੇ ਗਾਲਬ ਵੀ ਸੀ ਜੀ, ਉਹਦੇ 'ਚ ਸ਼ੇਰਪੁਰ ਦਾ ਮੁੰਡਾ ਖੇਡਦਾ ਸੀ, ਸ਼ੇਰਪੁਰੀਆ ਕਾਲਾ, ਪਰ ਉਹਨਾਂ ਤੇ ਕੋਈ ਇਤਰਾਜ਼ ਨਹੀਂ ਲੱਗਿਆ। ਉਹ ਫਾਈਨਲ ਖੇਡੀ। ਨਹੀਂ, ਅਸੀਂ ਫਾਈਨਲ ਖੇਡਣਾ ਸੀ ਜੇ ਸਾਨੂੰ ਨਾ ਜੀ। ਮਤਲਬ ਉੱਥੇ ਤੁਹਾਡੀ ਟੀਮ ਜਿਹੜੀ ਕੱਟੀ ਗਈ ਸੀ ਜੀ।
ਜੀ। ਇੱਕ ਸਾਡਾ ਯਾਦਗਾਰੀ ਸੰਤ ਨਗਰ ਹੋਇਆ ਸੀ ਜੀ ਸਰਸੇ ਕੋਲ, ਕੁੱਕਿਆਂ ਦਾ ਪਿੰਡ ਸੀ ਜੀ, ਬਹੁਤ ਵਧੀਆ ਪਿੰਡ ਸੀ। ਉੱਥੇ ਵੀ ਅਸੀਂ ਟੂਰ ਦੀ ਟੀਮ ਲੈ ਕੇ ਗਏ ਸੀ ਜੀ। ਉੱਥੇ ਜਾ ਕੇ 6ਵੀਂ ਫਾਈਨਲ 'ਚ 4 ਟੀਮਾਂ ਰਹਿ ਗਈਆਂ ਜੀ। ਇੱਕ ਪਾਸੇ ਤਾਂ ਕਰਮੇ ਹੁਣੀ ਸਾਡੇ 'ਚ ਆ ਗਏ ਸੀ ਜੀ, ਉਧਰਲੇ ਪਾਸੇ ਬੈਲੀ ਹੁਣੀ ਚੂਰ ਚੱਕੀਏ ਉਹ ਗੱਲ ਵਿੱਚ ਚਲੇ ਗਈ ਸੀ ਜੀ। ਤੇ ਉੱਥੇ ਅਸੀਂ ਫਿਰ ਚੰਗੀ ਪੈਂਟਾਂ ਨਾਲ ਇਹਨਾਂ ਨੂੰ ਹਰਾਇਆ ਜੀ। ਫਿਰ ਉਹ ਕਮੇਟੀ ਨੇ ਖੁਸ਼ ਹੋ ਕੇ 31000 ਰੁਪਇਆ ਨਾਮ ਦਾ ਕੱਪ ਸੀ ਜੀ ਉੱਥੇ, ਤੇ 29000 ਰੁਪਇਆ ਸਾਨੂੰ ਕਿਰਾਇਆ ਦਿੱਤਾ ਸੀ ਜੀ ਉਹਨਾਂ ਟਾਈਮਾਂ 'ਚ ਜੀ। ਵਾਹ ਜੀ ਵਾਹ, ਬੜੀ ਖੁਸ਼ੀ ਹੋਈ ਸੀ ਸਾਨੂੰ। ਹਾਂਜੀ ਹਾਂਜੀ। ਤੇ ਖਾਸੀਅਤ ਕੀ ਸੀ ਤੁਹਾਡੀ ਜੱਫਾ ਲਾਉਣ ਦੀ? ਹਾਂਜੀ ਸਰ ਜੀ ਮੇਰੇ ਕੋਲ ਸਪੀਡ ਬਹੁਤ ਜ਼ਿਆਦਾ ਸੀ ਜੀ। ਤੇ ਮੈਂ ਇੱਕ ਤਾਂ ਮਗਰ ਲੱਕ ਤੇ ਚੜ ਕੇ ਲੱਕ ਚੱਕਦਾ ਹੁੰਦਾ ਸੀ, ਇੱਕ ਮੇਰੀ ਗੁੱਟ ਦੀ ਪਕੜ ਸੀ ਜੀ ਬਹੁਤ ਵਧੀਆ ਜੀ। 2 ਲਗਾ ਸੀ ਮੇਰੇ ਕੋਲ। ਇਹਦੇ ਵਾਸਤੇ ਤੁਸੀਂ ਪ੍ਰੈਕਟਿਸ ਕਿੰਨਾ ਟਾਈਮ ਕਰਦੇ ਸੀ, ਕਿੰਨਾ ਕੋਲੇ ਕਰਦੇ ਸੀ ਸਰ ਜੀ? ਕੀ ਕਰਦੇ ਸੀ? ਹਾਂਜੀ ਸਰ ਜੀ, ਪ੍ਰੈਕਟਿਸ ਤਾਂ ਤੁਸੀਂ ਇੰਨਾ ਪੁੱਛੋ ਜੀ, ਪ੍ਰੈਕਟਿਸ ਬਹੁਤ ਜ਼ਿਆਦਾ ਕੀਤੀ ਹੈ ਜੀ। ਕਈ ਵਾਰ ਤਾਂ ਮੈਂ ਹੁੰਦਾ ਸੀ ਵੀ ਰੂਪੇ ਹੋਣਾ ਤੋਂ ਭਰਤੇ ਹੋਣਾ ਤੋਂ ਗਰਾਊਂਡ ਤੋਂ ਪਹਿਲਾਂ ਹੋਣ ਤੋਂ 30 ਕਿਲੋਮੀਟਰ ਭੱਜ ਆਉਂਦਾ ਸੀ ਜੀ। ਹਾਂਜੀ 30 ਕਿਲੋਮੀਟਰ? 30 ਕਿਲੋਮੀਟਰ ਜੀ। ਇੱਕ ਹਫ਼ਤੇ 'ਚ ਮੈਂ 90 ਕਿਲੋਮੀਟਰ ਕਰ ਦਿੰਦਾ ਸੀ ਜੀ ਰਨਿੰਗ, ਸਾਰੀ ਟੋਟਲ ਜਾਣ ਕੇ ਜੀ। ਤੇ ਇਸ ਤੋਂ ਇਲਾਵਾ 1.5-2 ਘੰਟੇ ਗਰਾਊਂਡ 'ਚ, ਕੱਚੇ ਗਰਾਊਂਡ ਹੁੰਦੇ ਸੀ ਜਦੋਂ ਕੋਈ ਸਟੇਜਾਂ ਟਰਾਲੀ ਤੇ ਸਟੇਜ ਹੁੰਦੀ ਸੀ ਜੀ। ਹਾਂਜੀ। ਤੇ 1.5 ਘੰਟਾ ਅਸੀਂ ਗਰਾਊਂਡ ਚਲਾਉਂਦੇ ਹੁੰਦੇ ਸੀ, 2 ਘੰਟੇ ਘੱਟੋ ਘੱਟ ਗੇਮ ਲਾਉਂਦੇ, ਪਾਣੀ ਡਿੱਗ ਪੈਣਾ, ਫਿਰ ਪੁੱਟ ਕੱਢਣਾ, ਪਾਣੀ ਪੀ ਕੇ ਚੱਲ ਪੈਣਾ ਜੀ। ਜੀ। ਤੇ ਖੁਰਾਕ ਦਾ ਕੀ ਸ਼ਡਿਊਲ ਹੁੰਦਾ ਤੁਹਾਡਾ ਜੀ? ਖੁਰਾਕ ਦੇਸੀ ਖੁਰਾਕ ਸੀ ਜੀ। 4-5 ਕਿਲੋ ਆਪਣੇ ਦੁੱਧ ਪੀਣਾ ਜੀ, ਤੇ ਆਪਣੇ ਚਿਕਨ ਚੁਕਨ, ਆਂਡਾ, ਦੇਸੀ ਚੂਰੀ ਖਾਣੀ ਜੀ ਕੁੱਟ ਕੇ, ਤੇ ਜੂਸ ਵਗੈਰਾ, ਗੰਨੇ ਗੁੰਨੇ, ਜਿਵੇਂ ਇਹ ਆਮ ਦੇਸੀ ਖੁਰਾਕਾਂ ਸੀ ਜੀ। ਅਮਰੂਦ ਖਾਣੇ ਜੀ ਵੱਧ ਤੋਂ ਵੱਧ। ਹਾਂਜੀ। ਤੇ ਜਿਵੇਂ ਬਸ ਇਹੀ ਦੇਸੀ ਚੀਜ਼, ਬਿਲਕੁਲ ਦੇਸੀ ਚੀਜ਼ ਖਾਂਦੇ ਸੀ ਜੀ। ਮੱਕੀ ਦੇ ਦਾਣੇ ਰੱਖ ਦੇਣੇ ਬਜ਼ੁਰਗਾਂ ਨੇ, ਛੱਲੀਆਂ ਭੁੰਨ ਕੇ ਰੱਖ ਦੇਣੀਆਂ, ਉਹਨਾਂ ਨੂੰ ਦੁੱਧ, ਛੱਲੀਆਂ ਕੱਚੀਆਂ ਹੁੰਦੀਆਂ ਜੀ, ਹਾਂਜੀ, ਉਹਨਾਂ ਨੂੰ ਦੁੱਧ 'ਚ ਉਬਾਲ ਕੇ ਸਾਨੂੰ ਦੇਣੀਆਂ ਸਾਡੇ ਫਾਦਰ ਸਾਹਿਬ ਨੇ, ਵੀ ਇਹ ਖਾਓ ਵੱਧ ਤੋਂ ਵੱਧ ਜੀ। ਇਹ ਦੇਸੀ ਖੁਰਾਕਾਂ ਸੀ। ਕਬੱਡੀ ਨੇ ਮੈਨੂੰ ਬਹੁਤ ਕੁਛ ਦਿੱਤਾ ਜੀ। ਕਬੱਡੀ ਕਰਕੇ ਹੀ 1986 'ਚ RS ਗਿੱਲ DGP ਹੁੰਦੇ ਸੀ ਸਾਡੇ ਮੋਗੇ ਵਾਲੇ, ਉਹਨਾਂ ਨੇ ਸਾਨੂੰ ਫਿਜ਼ੀਕਲ ਕਾਲਜ ਤੋਂ ਭਰਤੀ ਕੀਤਾ ਜੀ ਕਬੱਡੀ ਬੇਸ ਤੇ। ਕਬੱਡੀ ਬੇਸ ਤੇ ਹੀ ਸਾਰਾ ਕੁਝ ਬਣਾਇਆ ਜੀ। ਉਹਨਾਂ ਨੇ ਤੁਹਾਡਾ ਕੋਈ ਮੈਚ ਵੇਖਿਆ ਸੀ, ਕਿਤੇ ਖੇਡਦੇ ਵੇਖਿਆ ਸੀ, ਜਾਂ ਕਿਸ ਤਰ੍ਹਾਂ ਫਿਰ ਉਹ ਹਾਲਾਤ ਨੇ ਜਿਹੜੇ ਜਿੱਥੇ ਤੁਹਾਨੂੰ ਉਹਨਾਂ ਨੇ ਭਰਤੀ ਕੀਤਾ ਸੀ, ਉਹ ਕਿਸ ਤਰ੍ਹਾਂ ਦਾ ਮੈਚ ਸੀ ਤੁਹਾਡਾ ਜੀ? ਸਰ ਜੀ ਅਸੀਂ ਨੈਸ਼ਨਲ ਸਟਾਈਲ ਖੇਡਦੇ ਫਿਜ਼ੀਕਲ ਕਾਲਜ ਦੇ ਵਿੱਚ, ਐਂਟਰ ਕਾਲਜ ਹੋਇਆ ਸੀ ਜੀ। ਤੇ ਉੱਥੇ ਉਹ ਆਏ ਸੀ ਐਜ ਏ ਗੈਸਟ, ਮੇਨ ਗੈਸਟ ਸੀ ਜੀ, ਮਹਿਮਾਨ। ਉਹਨਾਂ ਨੇ ਸਾਨੂੰ 4 ਬੰਦਿਆਂ ਨੂੰ ਜੈਫਸੀ 'ਚ ਬਿਠਾ ਕੇ ਕਹਿੰਦੇ ਵੀ ਸੰਗਰੂਰ ਜਾਓ। ਸੰਗਰੂਰ ਸਾਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਪੁਲਿਸ ਲਾਈਨ 'ਚ ਬਾੜਤਾ ਤੇ ਸਾਡੀ 20 ਮਿੰਟ ਕਰਤੀ, ਮਿਹਨਤੀ ਕੀਤੀ ਤੇ ਸਾਨੂੰ ਨੰਬਰ ਦਿੱਤਾ ਜੀ। ਤੇ ਮੁੜ ਕੇ ਸਾਨੂੰ ਗੱਡੀ 'ਚ ਬਿਠਾ ਕੇ ਪਟਿਆਲੇ ਲੈ ਗਏ ਵੀ ਤੁਸੀਂ ਹੁਣ ਪਟਿਆਲੇ ਹੀ NIC ਦੇ ਵਿੱਚ ਪ੍ਰੈਕਟਿਸ ਕਰਨੀ ਹੈ ਜੀ। ਫਿਰ ਅਸੀਂ ਉੱਥੇ NIC ਨਾਲ ਲਿੰਕਡ ਰਹੇ ਜੀ। ਹਾਂਜੀ, ਉੱਥੇ ਪ੍ਰੈਕਟਿਸ ਕਰੀ ਜੀ, ਕੋਚ ਮੱਲੀ ਸਾਹਿਬ ਦੇ ਅੰਡਰ ਪੈਸੇ। ਹਾਂਜੀ। ਤੇ ਪੰਜਾਬ ਪੁਲਿਸ ਦੇ ਲਈ ਜਿਹੜੇ ਮੈਚ ਤੁਸੀਂ ਖੇਡੇ ਫਿਰ ਉਹ ਕਿਸ ਤਰ੍ਹਾਂ ਰਹੇ? ਹਾਂਜੀ, ਪੰਜਾਬ ਪੁਲਿਸ 'ਚ ਮੈਂ ਖੇਡਿਆ 2 ਸਾਲ ਜੀ। ਉੱਥੇ ਸਾਡੇ ਤੋਂ ਸੀਨੀਅਰ ਸੀ ਫਿੱਡੂ ਹੁਣੀ ਜੀ। ਮੇਰਾ weight ਘੱਟ ਸੀ ਜੀ, 67 ਕਿਲੋ weight ਸੀ, 70 ਕਿਲੋ ਦੇ ਲਗਭਗ ਜੀ। ਉਹਨਾਂ 'ਚ ਮੇਰੀ ਕੁਛ ਵੀ ਉਹ ਪੁਸ਼ ਮਾਰਦੇ ਸੀ, ਹੈਵੀ weight ਦੇ ਸੀ, 1 ਕੁਇੰਟਲ 20 ਕਿਲੋ ਦੇ ਲਗਭਗ ਸੀ। ਤੇ ਮੇਰੀ ਚੱਲੀ ਨਾ ਜੀ। ਫਿਰ ਮੇਰੇ ਦੋਸਤ ਆ ਜੀ ਬਹੁਤ ਨਿੱਜੀ, ਅਵਤਾਰ ਸਿੰਘ ਜੀ, ਉਹਨਾਂ ਦੀ ਡੈਥ ਹੋ ਗਈ, ਸਬ ਇੰਸਪੈਕਟਰ ਬਲਦੇਵ ਸਿੰਘ ਨੇ ਕਾਲੇ ਕਿਆਂ ਤੋਂ, ਅੱਜ ਕੱਲ੍ਹ ਬਿਜਲੀ ਬੋਰਡ ਦੇ ਵਿੱਚ ਫੋਰਮੈਨ ਨੇ ਬਰਨਾਲਾ। ਤੇ ਉਹਨਾਂ ਨੇ ਫਿਰ ਮੈਨੂੰ, ਅਸੀਂ ਸੰਗਰੂਰ, ਸੁਖਚੈਨ ਜੀ, ਮਾਨਸਾ ਵਾਲੇ, ਕੇਵਲ ਹੁਣੀ ਤੇ ਅਨੂਪੇ ਹੁਣੀ ਚੌਧਰੀ, ਤੇ ਇਹ ਅਸੀਂ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦੇ ਸੀ ਆਪਣੇ ਕਬੱਡੀ ਦੀ ਜੀ, ਸਪ੍ਰਿੰਟਾਂ ਹੁੰਦੇ ਸੀ। ਉੱਥੇ ਕੋਚ ਕੁਲਦੀਪ ਸਿੰਘ ਸੀ ਜੀ। ਉਹਨਾਂ ਨੇ ਮੈਨੂੰ ਫਿਰ ਇੱਧਰ ਨੂੰ ਮੋਲਡ ਕਰ ਲਿਆ ਵੀ ਤੂੰ ਐਥਲੈਟਿਕਸ ਕਰ, ਵੀ ਤੇਰੇ ਕੋਲ ਸਪੀਡ ਬਹੁਤ ਜ਼ਿਆਦਾ ਆ, ਸਟੈਪ ਬਹੁਤ ਵੱਡੇ ਆ, 8 ਫੁੱਟ ਦਾ ਸਟੈਪ ਸੀ ਜੀ ਮੇਰਾ। ਤੇ ਉਹਨਾਂ ਨੇ ਫਿਰ ਮੈਨੂੰ ਜਦੋਂ ਇੱਧਰ ਨੂੰ ਮੋਲਡ ਕੀਤਾ, 1999 ਦੀ ਗੱਲ ਆ ਜੀ। ਐਂਟਰ ਰੇਂਜ ਹੋਈ ਸਾਡੀ ਇੱਥੇ ਸੰਗਰੂਰ। ਉਦੋਂ ਵੱਡੇ ਜ਼ਿਲ੍ਹੇ ਹੁੰਦੇ ਸੀ ਜਿਵੇਂ ਬਰਨਾਲਾ, ਸੰਗਰੂਰ, ਪਟਿਆਲਾ, ਆਪਣੇ ਜੀ ਰੋਪੜ, ਲੁਧਿਆਣਾ, ਇਹਦੀ ਇੱਕ ਰੇਂਜ ਹੁੰਦੀ ਸੀ ਪਟਿਆਲਾ ਰੇਂਜ। ਤੇ ਇੱਥੇ ਫਿਰ ਮੈਨੂੰ ਕੋਚ ਸਾਹਿਬ ਨੇ ਕਹਿੰਦੇ ਵੀ ਰੇਸਾਂ ਲਾਉਣੀਆਂ, ਤੂੰ 100 ਤੋਂ ਲੈ ਕੇ ਸਾਰੀਆਂ ਲਾ ਦੇ। ਚਲੋ ਜਾਣ ਸੀ ਜੀ ਕਬੱਡੀ 'ਚ, ਮੈਂ ਸਾਰੀਆਂ ਹੀ ਰੇਸਾਂ ਲਾਈਆਂ ਤੇ ਮੈਂ ਪਹਿਲੇ ਨੰਬਰ 'ਤੇ ਜਿੱਤ ਗਿਆ ਜੀ। ਉਹ ਮੈਨੂੰ ਚਾਟਕ ਪੈ ਗਈ ਜੀ। ਜਨਵਰੀ ਫਰਵਰੀ ਸਾਡੀ ਪੰਜਾਬ ਪੁਲਿਸ ਜਲੰਧਰ ਹੁੰਦੀ ਸੀ ਸਪੋਰਟਸ ਸੈਂਟਰ 'ਚ ਜੀ। ਉੱਥੇ ਮੈਨੂੰ ਕੋਈ ਕਹਿੰਦਾ ਵੀ ਤੂੰ ਇਕੱਲੀ 800 ਮੀਟਰ ਲਾ ਕੇ ਆਉਣੀ ਹੈ।
ਮੈਂ ਇਕੱਲੀ 800 ਮੀਟਰ ਲਈ ਮੈਂ ਤੀਜੇ ਨੰਬਰ ਤੇ ਰਿਹਾ ਜੀ। ਲਾਈ ਮੈਂ 1 ਮਿੰਟ 58 ਸੈਕਿੰਡ ਜੀ। ਚਲੋ ਉੱਥੋਂ ਝਾਟਕ ਹੋ ਗਈ ਮੇਰੀ। ਮਾਰਚ ਅਪ੍ਰੈਲ ਦੇ ਵਿੱਚ ਇੰਡੀਆ ਪੁਲਿਸ ਦੇ ਟ੍ਰਾਇਲ ਹੋਣੇ ਸੀ ਜੀ। ਮੈਂ ਉਹ ਟ੍ਰਾਇਲਾਂ 'ਚ ਗਿਆ। ਉੱਥੇ ਮੈਂ 154 ਵਾਲੀ 800 ਲਾਤੀ ਜੀ ਅਤੇ ਮੇਰੀ ਸਿਲੈਕਸ਼ਨ ਹੋ ਗਈ ਜੀ ਇੰਡੀਆ ਪੁਲਿਸ ਦੀ। ਫਿਰ ਮੈਂ ਇੰਡੀਆ ਪੁਲਿਸ ਗਿਆ ਜੀ। ਉੱਥੇ ਪਾਰਟੀਸਪੇਟ ਦਾ ਮੈਡਲ ਲੈ ਕੇ ਆਂਦਾ ਜੀ। ਅਤੇ ਫਿਰ ਮੈਂ ਐਥਲੈਟਿਕਸ ਨੂੰ ਤੁਰ ਪਿਆ ਸੀ ਥੋੜ੍ਹਾ ਜਿਹਾ। ਫਿਰ ਮੈਂ ਉੱਧਰੋਂ ਜਦੋਂ ਸਾਡੇ ਐਥਲੈਟਿਕਸ ਖਤਮ ਹੋ ਜਾਂਦੀ ਸੀ ਜੀ, ਫਿਰ ਪਿੰਡ 'ਚ ਆ ਕੇ ਮੈਚ ਲਾਉਂਦਾ ਸੀ ਜੀ ਕਬੱਡੀ ਦੇ ਜੀ। ਜੀ ਵੀ ਨਾਲ ਤੁਸੀਂ ਐਥਲੈਟਿਕਸ ਵੀ ਕੀਤੀ ਹੈ? ਹਾਂਜੀ 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 ਜੀ। ਐਥਲੈਟਿਕਸ ਸਰ ਮੈਂ 1994 'ਚ ਏਸ਼ੀਆ 'ਚ ਗੋਲਡ ਮੈਡਲ ਆ ਜੀ। 400 ਲਾਈ ਸੀ ਮੈਂ 47 ਸੈਕਿੰਡ 'ਚ। 800 ਲਾਈ ਸੀ ਮੈਂ 1:49 'ਚ ਜੀ। ਅਤੇ ਗੋਲਡ ਮੈਡਲ ਲਿਆ ਕੇ ਝੋਲੀ 'ਚ ਪਾਇਆ ਜੀ ਪੰਜਾਬ ਸੇ। ਅਤੇ ਮੈਨੂੰ ਇੱਥੇ ਜਾਣੀ ਕਿ ਮੇਰੇ ਜਿਹੜੇ ਸੀਨੀਅਰ ਸੀ ਸਾਡੇ ਕਬੱਡੀ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ, ਜਿਹੜੇ ਮੈਨੂੰ ਪਟਿਆਲੇ ਤੋਂ ਵਾਪਸ ਲੈ ਕੇ ਆਏ ਸੀ, ਉਹਨਾਂ ਨੇ ਫਿਰ ਮੈਨੂੰ ਸਨਮਾਨਿਤ ਕੀਤਾ, ਲੱਡੂ ਲੁੱਡੂ ਵੰਡੇ, ਸਾਰਾ ਕੁਝ ਕੀਤਾ ਜੀ। ਤੇ ਇਹ ਤਾਂ ਸੀ ਤੁਹਾਡਾ ਤੁਸੀਂ ਏਸ਼ੀਆ ਦੇ ਵਿੱਚੋਂ ਮੈਡਲ ਲੈ ਕੇ ਆਏ। ਹਾਂਜੀ। ਤੇ ਹੋਰ ਮਾਨਾਂ ਸਨਮਾਨਾਂ ਦੀ ਗੱਲ ਕਰੀਏ, ਤੁਹਾਡੇ ਕਿੰਨੇ ਕੁ ਹੋਇਆ, ਜਾਂ ਕਈ ਵਾਰੀ ਕਿਸੇ ਮੈਚ ਦੇ ਵਿੱਚ ਕੋਈ ਬਜ਼ੁਰਗ 1 ਰੁਪਿਆ 2 ਰੁਪਿਆ 4 ਰੁਪਏ ਜਾਂ ਕੋਈ ਇੱਦਾਂ ਦੀ ਕੋਈ ਤੁਹਾਡੇ ਨਾਲ ਵਾਪਰੀ ਹੈ ਗੱਲਬਾਤ? ਜੀ ਜੀ ਸਰ ਜੀ। ਅਸੀਂ ਘੇਰਾ ਮਾਣੂ ਕੇ ਸੰਧੂਆਂ ਪਿੰਡ ਨਾਲ ਹੀ ਜੀ 8 ਕਿਲੋਮੀਟਰ। ਮੈਂ ਤੇ ਭਰਥਾ ਸੀ, ਸੰਗਰੂਰ ਤੋਂ ਆਏ ਸੀ ਜੀ। ਸੰਗਰੂਰ ਸਾਡੀ ਡਿਊਟੀ ਸੀ ਅਤੇ ਫਰੀ ਰਹਿੰਦੇ ਸੀ ਉੱਥੇ ਕੈਂਪ ਦੇ ਵਿੱਚ। ਅਤੇ ਅਸੀਂ ਮਾਣੂ ਕੇ ਸੰਧੂਆਂ ਖੇਡਣ ਆਏ ਅਤੇ ਅੰਬੀ ਹੁਣੀ, ਸੀਰੇ ਹੁਣੀ ਸਾਡੇ ਵਧੀਆ ਪਲੇਅਰ ਸੀ ਜੀ। ਉਹ ਸਾਡੇ ਚੱਕਰ ਨੂੰ ਹਾਰ ਗਏ ਜੀ। ਅਸੀਂ ਉਹਨਾਂ ਨੂੰ ਗੁੱਸੇ ਹੋਏ ਵੀ ਤੁਸੀਂ ਚੱਕਰ ਨੂੰ ਕਿਵੇਂ ਹਾਰ ਕੇ, ਵੀ ਅਸੀਂ ਹਰੇ ਨਹੀਂ ਕਦੇ। ਚਲੋ ਭਰਥਾ ਕਹਿੰਦਾ ਚੱਲ ਯਾਰ ਪਰ ਚਲੀ ਗਏ, ਹੁਣ ਤਾਂ ਹਾਰ ਹੀ ਗਏ। ਅਸੀਂ ਵਾਪਸ ਮੁੜੇ ਹੁੰਦੇ ਸੀ। ਗੁਰਨਾਮ ਨੱਤਾਂ ਵਾਲਾ ਸੀ ਜੀ, ਉਹਨਾਂ ਦਾ ਮੈਚ ਸੀ ਅਤੇ ਮੈਚ ਗਾਖੜਾ ਨਾ ਸੀ ਜੀ ਉਹਨਾਂ ਦਾ। ਸਾਨੂੰ ਉਹਨਾਂ ਨੇ ਨੱਤਾਂ ਨੇ ਰੋਕ ਲਿਆ ਭੱਜ ਕੇ, ਕਹਿੰਦਾ ਪ੍ਰਗਟ ਮੈਚ ਲਵਾ ਕੇ ਜਾਏ। ਫਾਈਨਲ ਮੈਚ ਸੀ। ਮੈਂ ਭਰਥੇ ਨੂੰ ਆ ਕੇ ਚੱਲ ਯਾਰ ਪ੍ਰੈਕਟਿਸ ਹੀ ਸੀ, ਵੀ ਕੋਈ ਗੱਲ ਨਹੀਂ ਖੇਡਾਂਗੇ ਆਪਾਂ। ਮੈਚ ਚੱਲ ਪਿਆ ਜੀ। ਉੱਧਰ ਰੇਡਰ ਸੀ ਲੱਖਾ ਗਾਖਿਆਲ ਵਾਲਾ ਜੀ ਅਤੇ ਮਾਨੀ। ਇੱਧਰੋਂ ਭਰਥਾ ਅਤੇ ਗਾਮਾ ਸੀ ਜੀ। ਸਾਡੇ ਤੋਂ ਕੋਈ ਜੱਫਾ ਨਹੀਂ ਲੱਗਿਆ, ਨਾ ਸਾਡੇ ਤੋਂ ਨਾ ਉਹਨਾਂ ਤੋਂ। ਉਹਨਾਂ ਦੀ ਪਹਿਲੀ ਰੇਡ ਸੀ, ਉਹਦੇ ਨੰਬਰ 'ਤੇ ਜਿੱਤ ਰਹੇ ਸੀ ਜੀ। 2 ਰੇਡਾਂ ਬੋਲਤੀਆਂ ਜੀ, ਰੈਫਰੀ ਉਦੋਂ ਬੋਲ ਦਿੰਦੇ ਸੀ 2-2 ਰੇਡਾਂ। ਅਤੇ ਮੈਨੂੰ ਭਰਥਾ ਗੁੱਸੇ ਹੋ ਗਏ। 18,000 ਸਟੇਜ ਤੋਂ ਪ੍ਰਾਈਜ਼ ਬੋਲਤਾ ਜਿਹੜਾ ਲੱਖੇ ਨੂੰ ਜੱਫਾ ਲਓ। ਲੱਖਾ ਢੇਰੀ ਤੋਂ ਬਹੁਤ ਸਪੀਡ ਨਾਲ ਚੱਲਦਾ ਸੀ ਜੀ। ਲੱਖਾ ਕਿਹੜਾ ਜੀ? ਗਾਖੜਾ ਵਾਲਾ ਜੀ। ਅਤੇ ਉੱਧਰੋਂ ਮੈਂ ਜਾਫੀਆਂ ਨੂੰ ਛੱਡ ਕੇ ਉਹਦੇ ਕੰਨੀ ਨੂੰ ਭੱਜ ਗਿਆ ਜੀ। ਉਹ ਜਦੋਂ ਮੇਰੇ ਉੱਪਰਲੇ ਪਾਸੇ ਹੋ ਗਿਆ, ਮੇਰੇ ਕੋਲ ਸਪੀਡ ਸੀ ਜੀ। ਮੈਂ 15 'ਤੇ ਜਾ ਕੇ ਡਾਈ ਮਾਰ ਕੇ ਲੱਕ ਫੜ ਲਿਆ ਜੀ। ਅਸੀਂ ਅੱਧੇ ਨੰਬਰ 'ਤੇ ਜਿੱਤ ਗਏ ਜੀ। ਸਾਨੂੰ 45,000 ਰੁਪਇਆ ਉਹ ਜੱਫੇ 'ਤੇ ਹੋਇਆ ਸੀ ਜੀ। ਅਤੇ ਉਹ ਅਸੀਂ ਫਿਰ ਚਲੋ ਵੀ ਮੈਂ ਅਤੇ ਭਰਥੇ ਨੇ ਆਪਸ ਵਿੱਚ ਸੈਟਿੰਗ ਕੀਤੀ। ਚਲੋ ਅਜੀਜ਼ ਆ ਜੀ ਮੇਰਾ ਭਰਥਾ ਬਹੁਤ ਜ਼ਿਆਦਾ। ਅਤੇ ਕੁਛ ਮੁੰਡਿਆਂ ਨੂੰ ਜਿਹੜੇ ਹਾਰੇ ਸੀ ਸਾਡੇ, ਉਹਨਾਂ ਨੂੰ ਚਾਹ ਪਾਣੀ ਰੋਟੀ ਪਾਣੀ ਖਵਾਇਆ ਜੀ। ਅਤੇ ਹੋਰ ਮਾਨ ਸਨਮਾਨ ਨੇ ਜਿਹੜੇ ਤੁਹਾਡੇ, ਉਹ ਕਿੰਨੇ ਕੁ ਹੋਏ ਜੀ? ਸਰ ਜੀ ਮਾਨ ਸਨਮਾਨ ਇੱਕ ਤਾਂ ਦੁੱਲਾ ਸੀ USA ਵਾਲੇ, ਸਾਡੇ ਪਿੰਡ ਦੇ ਹੀ ਆ। ਉਹਨਾਂ ਨੇ 51,000 ਅਤੇ ਇੱਕ ਕੱਪ ਨਾਲ ਸਾਡੇ ਪਿੰਡ ਹੀ ਟੂਰਨਾਮੈਂਟ 'ਤੇ ਸਨਮਾਨਿਤ ਕੀਤਾ। ਫਿਰ ਸਾਡੇ ਹੀ ਕਲੱਬ ਸੀ ਟੂਰਨਾਮੈਂਟ ਕਰਾਉਂਦੇ ਸੀ ਅੱਜ ਤੋਂ 2 ਸਾਲ ਪਹਿਲਾਂ। ਰਾਣਾ ਪ੍ਰਧਾਨ ਸੀ ਜੀ। ਉਹ ਸਾਡੀ ਟੂਰਨਾਮੈਂਟ ਕਮੇਟੀ ਨੇ 11,000 ਅਤੇ ਇਹ ਕੱਪ ਨਾਲ ਮੈਨੂੰ ਸਨਮਾਨਿਤ ਕੀਤਾ ਜੀ। ਅਤੇ ਸੋਨੀ ਝੋਲਡਾ ਨੇ ਆਪਦੇ ਟੂਰਨਾਮੈਂਟ 'ਤੇ ਸਨਮਾਨਿਤ ਕੀਤਾ ਇਕੱਲੇ ਕੱਪ ਨਾਲ ਜੀ। ਅਤੇ ਸੁਰਿੰਦਰ ਹੋਣਾ ਨੇ ਸਨਮਾਨਿਤ ਕੀਤਾ ਜੀ ਮੈਨੂੰ। ਜਖੇਪਲ ਨੇ ਜੀ। ਅਤੇ ਬਸ ਉਦੋਂ ਛੋਟੇ ਛੋਟੇ ਸਨਮਾਨਿਤ ਸੀ ਜੀ, ਵੱਡੇ ਹੈ ਨਹੀਂ ਸੀ ਸਾਡੇ ਟਾਈਮ। ਸਮੇਂ ਦੇ ਹਿਸਾਬ ਨਾਲ ਇਹੀ ਸਨਮਾਨ ਬਹੁਤ ਵੱਡੇ ਸੀ? ਬਹੁਤ ਵੱਡੇ ਸੀ ਸਰ ਜੀ, ਬਹੁਤ ਮਾਣ ਸੀ ਸਾਨੂੰ। ਸਾਡੀ ਟੀਮ ਦੀ ਇਹ ਸੀ ਜੀ, ਅਸੀਂ ਲੜ ਵੀ ਪੈਂਦੇ ਸੀ, ਗੁੱਸੇ ਵੀ ਹੋ ਜਾਂਦੇ ਸੀ, ਪਰ ਹੁੰਦੇ ਸੀ ਗੇਮ ਪ੍ਰਤੀ ਵੀ ਤੂੰ ਇੱਥੋਂ ਗਲਤੀ ਕਰੀ ਆ, ਤੂੰ ਇੱਥੋਂ ਗਲਤੀ ਕਰੀ ਆ, ਤੂੰ ਇਹ ਕਰੀ ਆ। ਅਤੇ ਉਸ ਤੋਂ ਬਾਅਦ ਫਿਰ ਇੱਕੋ ਮਿੱਕ ਫਿਰ ਕੋਈ ਫਰਕ ਨਹੀਂ ਸੀ ਸਾਡੇ 'ਚ। ਸੋ ਪਿਛਲੇ ਸਮੇਂ ਦੇ ਵਿੱਚ ਇੱਕ ਤੁਹਾਡੇ 'ਤੇ ਜਿਹੜਾ ਮਾੜਾ ਵਕਤ ਆਇਆ ਜੀ, ਹਾਂਜੀ, ਕਿਉਂਕਿ ਪੰਜਾਬ ਪੁਲਿਸ ਦੇ ਵਿੱਚੋਂ ਜਿਹੜਾ ਤੁਹਾਨੂੰ ਨੌਕਰੀ ਤੋਂ ਸੀ ਜਿਹੜੇ ਉਹ ਕਹਿ ਲਈਏ ਵੀ ਸਸਪੈਂਡ ਕੀਤਾ ਗਿਆ ਜੀ। ਉਸ ਟਾਈਮ 'ਤੇ ਤੁਹਾਨੂੰ ਸਾਥ ਦੇਣ ਵਾਲੇ ਸੱਜਣਾਂ ਦੇ ਵਿੱਚ ਕੌਣ ਅੱਗੇ ਆਏ ਜੀ? ਸਰ ਮੇਰੇ ਜਿੰਨੇ ਯਾਰ ਦੋਸਤ ਸੀ ਜੀ, ਉਹਨਾਂ 'ਚੋਂ ਮੈਂ ਨਾਂ ਲਵਾਂ, ਪਹਿਲਾਂ ਤਾਂ ਸਭ ਤੋਂ ਪਹਿਲਾਂ ਜੀ ਮੇਰੇ ਪਿੰਡ ਦੇ ਸਰਪੰਚ ਮਲਕੀਤ ਸਿੰਘ ਆ, ਜਿਨ੍ਹਾਂ ਨੇ ਮੇਰੀ ਬੇਲ ਵੀ ਕਰਾਈ ਜੀ ਹਾਈ ਕੋਰਟ ਤੋਂ ਜਾ ਕੇ, ਬੱਚਿਆਂ ਵਾਂਗੂ ਪਿਆਰ ਦਿੱਤਾ। ਨੰਬਰ 2 'ਤੇ ਭਰਥਾ ਜੀ ਆ, ਉਹਨਾਂ ਨੇ ਬਹੁਤ
ਪਰਿਵਾਰਕ ਤੌਰ ਤੇ ਉੱਭਰ ਕੇ ਮੇਰੇ ਸਾਹਮਣੇ ਆਏ। ਤੀਜੇ ਨੰਬਰ ਤੇ ਬਲਦੇਵ ਸਿੰਘ ਜੀ ਆ ਜੀ, ਬਰਨਾਲੇ SDO ਬਿਜਲੀ ਬੋਰਡ 'ਚ ਲੱਗੇ ਹੋਏ ਨੇ। ਉਹ ਮੇਰੇ ਨਾਲ ਥੈਟਸ ਦੇ ਸਾਥੀ ਸੀ ਮੇਰੇ ਜੀ। ਉਹਨਾਂ ਨੇ ਮੇਰੀ ਹੈਲਪ ਬਹੁਤ ਕਰੀ, ਫਾਈਨੈਂਸ਼ਲੀ ਵੀ, ਹੋਰ ਵੀ। ਰਾਮੂ ਜੀ ਗੁਰਜੇ ਮੀਰਾ ਨੇ, ਉਹਨਾਂ ਨੇ ਮੈਨੂੰ ਬਹੁਤ ਕਰੀ। ਤੇ ਭਰਪੂਰ ਸਿੰਘ ਢਿਲਮਾਂ ਵਾਲੇ, ਉਹ ਵੀ ਮੇਰੇ ਜੀਜ ਨੇ ਜੀ। ਉਹਨਾਂ ਨੇ ਮਿਹਨਤ ਮੇਰੇ ਨਾਲ ਬਹੁਤ ਵਧੀਆ ਸਾਥ ਦਿੱਤਾ। ਸਿੰਦਾ ਚਰਵਾਲ ਜੀ, ਉਹਨਾਂ ਨੇ ਦਿੱਤਾ। ਸਿੰਦਾ ਸੁਜਾਪੁਰੀਆ ਜੀ, ਉਹਨਾਂ ਨੇ ਵਧੀਆ ਸਾਥ ਦਿੱਤਾ ਜੀ। ਬਹੁਤ ਮਿੱਤਰ ਨੇ ਜੀ ਜਿਨ੍ਹਾਂ ਨੇ, ਜਾਣੀ ਕਿ ਮੇਰੇ ਰਿਸ਼ਤੇਦਾਰਾਂ ਨੇ ਸਾਥ ਨਹੀਂ ਦਿੱਤਾ ਜਿੰਨਾ ਮੇਰਾ ਦੋਸਤਾਂ ਨੇ ਸਾਥ ਦਿੱਤਾ ਜੀ। ਠੀਕ। ਸੁਰਿੰਦਰ ਜੀ ਖੇਪਲ ਜੀ ਆ, ਭੋਲਾ ਦਲੇ ਵਾਲਾ, ਉਹਨਾਂ ਨੇ ਸਾਥ ਦਿੱਤਾ। ਇੱਕ ਮੇਰੇ ਬਹੁਤ ਜੀ ਜੋ ਦੋਸਤ ਜੀ ਬਾਕਸਰ ਦੇ ਪਲੇਅਰ ਸੀ, ਮਹਿਕਮੇ 'ਚ ਆ ਸਾਡੇ, ਕਮਲਜੀਤ ਸਨਾਮ, ਉਹਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਜੀ। ਸਤਪਾਲ ਜੀ ਪਟਿਆਲਾ ਨੇ ਐਥਲੈਟਿਕਸ ਦੇ, ਉਹਨਾਂ ਨੇ ਸਾਥ ਦਿੱਤਾ ਜੀ। ਗੁਰਜੰਟ ਸਿੰਘ ਨੇ ਭਾਜੀ, ਉਹਨਾਂ ਨੇ ਸਾਥ ਬਹੁਤ ਵਧੀਆ, ਜਾਣੀ ਕਿ ਵਧੀਆ ਮਿੱਤਰ ਰਹੇ ਜੀ। ਆਪਾਂ ਪਰਮਾਤਮਾ ਦੀ ਮਿਹਰ ਰਹੀ ਹੈ ਜੀ, ਆਪਾਂ ਕਿਸੇ ਨਾਲ ਉੱਚਾ ਬੋਲੇ ਨਹੀਂ ਸੀ ਜੀ ਅੱਜ ਤੱਕ ਜੀ। ਅੱਛਾ, ਮੰਗਲ ਹਠੂਰ ਜੀ ਨੇ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚੋਂ ਨੇ, ਤੁਹਾਡੇ ਭਰਾ ਨੇ, ਤੇ ਉਹਨਾਂ ਦੇ ਨਾਲ ਕਿੰਨਾ ਕੁ ਸਮਾਂ ਬਿਤਾਇਆ ਤੇ ਕਿਸ ਤਰ੍ਹਾਂ ਦਾ ਸੁਭਾਅ ਉਹਨਾਂ ਦਾ ਜੀ? ਹਾਂਜੀ, ਮੰਗਲ ਠੂਰ ਜੀ ਬਹੁਤ ਨਿੱਘੇ ਸੁਭਾਅ ਦੇ ਨੇ ਜੀ। ਅਸੀਂ ਇਕੱਠੇ ਰਹਿੰਦੇ ਸੀ, ਸਾਡਾ 37 ਜੀ ਪਰਿਵਾਰ ਦੇ ਹੁੰਦੇ ਸੀ ਜੀ। ਅਸੀਂ ਚਾਚਾ ਦੇ ਸਾਰੇ ਇਕੱਠੇ ਰਹਿੰਦੇ ਸੀ ਜੀ। ਇਹ +2 ਕਰਦੇ ਸੀ ਜੀ। ਅਸੀਂ ਉਦੋਂ ਥੋੜ੍ਹੇ ਜਿਹੇ ਚੋਬਰ ਸੀ ਜੀ। ਇਹ ਮੇਰੇ ਤੋਂ 10 ਸਾਲ ਛੋਟੇ ਨੇ। ਤੇ ਇਹਨਾਂ ਨੇ, ਅਸੀਂ ਖੇਤ ਲੈ ਗਏ ਜੀ, ਇਹਨਾਂ ਨੂੰ ਪੰਡ ਚਕਾਈਏ, ਡਿੱਗ ਪਏ, ਸਰੀਰ ਦੇ ਨਾੜੀ ਸੀ ਥੋੜ੍ਹੇ ਜਿਹੇ। ਤੇ ਇਹ ਫਿਰ ਸਾਡੇ ਇੱਕ ਜੀਜਾ ਜੀ, ਸਾਡੇ ਸਬ ਇੰਸਪੈਕਟਰ ਸਰਦੂਲ ਸਿੰਘ ਜਲੰਧਰ ਨੇ, ਇਹ ਉਹਨਾਂ ਕੋਲ ਚਲੇ ਗਏ ਜੀ। ਉੱਥੇ ਜਾ ਕੇ ਇਹ ਸੀਲਿੰਗ ਫੈਨ ਫੈਕਟਰੀ ਸੀ ਜੀ ਉੱਥੇ ਪੱਖਿਆਂ ਦੀ, ਉਹਦੇ 'ਚ ਕੰਮ ਕੀਤਾ। ਉੱਥੇ ਫਿਰ ਇਹਨਾਂ ਨੇ ਗਿਆਨੀ ਕਰੀ ਜੀ। ਗਿਆਨੀ ਕਰਕੇ ਫਿਰ ਇਹਨਾਂ ਨੇ ਉੱਥੇ ਲਿਖਣਾ ਸ਼ੁਰੂ ਕੀਤਾ ਜੀ। ਫਿਰ ਇਹਨਾਂ ਨੇ ਇੱਕ ਕੈਸਟ ਪਹਿਲੀ ਕਰਾਈ ਸੀ ਜੀ, ਚੁੱਲ੍ਹੇ 'ਤੇ ਸਬਜ਼ੀ ਮੱਚ ਗਈ, ਉਹ ਫਲਾਪ ਹੋ ਗਈ ਜੀ। ਉਸ ਤੋਂ ਬਾਅਦ ਗੁਰਪ੍ਰੀਤ ਢੱਟ ਨੇ ਗੀਤ ਦੀ ਕੈਸਟ ਕਰੀ ਵੀ, ਪੀਣੀ ਆ ਸਰਦਾਰ ਜੇ ਕੁੱਟ ਪੀਣੀ ਆ, ਉਹ ਬਹੁਤ ਵਧੀਆ ਉਹਨੇ ਰਿਸਪੌਂਸ ਦਿੱਤਾ। ਫਿਰ ਮਨਮੋਹਨ ਹੋਣੀ ਵਾਪਸ ਜੀ ਇਹਨਾਂ ਦੇ ਕੰਟੈਕਟ 'ਚ ਆ ਗਏ। ਚਲੋ ਪ੍ਰਮਾਤਮਾ ਨੇ ਵਧੀਆ ਬਾਂਹ ਫੜੀ ਜੀ। ਹੁਣ ਤਾਂ 100-150 ਇਹਨਾਂ ਦਾ ਟੂਰ ਹੋ ਗਿਆ ਜੀ। ਹੁਣ ਜਲੰਧਰ ਰਹਿੰਦੇ ਆ ਜੀ, ਆਪਣੇ ਹਵੇਲੀ ਹੋਟਲ ਦੇ ਸਾਹਮਣੇ ਮਕਾਨ ਆ ਇਹਨਾਂ ਦਾ ਵਧੀਆ। ਬੱਚਾ ਵੀ ਗਾਉਣ ਲੱਗਿਆ ਜੀ, ਗੁਣ ਗੀਤ ਇਹਨਾਂ ਦਾ ਵਧੀਆ ਕੈਸਟ ਕੱਢੀ ਉਹਨਾਂ ਨੇ। ਤੇ ਵਧੀਆ ਚੀਜ਼ ਆ ਜੀ। ਉਹਨਾਂ ਨੇ ਵੀ ਆਪਣੀ ਪੈਰ ਤੇ ਪੈਰ, ਜਾਣੀ ਕਿ ਆਪਣੇ ਨਾਲ ਸਾਥ ਖੜ ਦਿੱਤਾ ਜੀ, ਬਹੁਤ ਵਧੀਆ। ਅੱਛਾ, ਜਦੋਂ ਤੁਹਾਡਾ ਸ਼ੁਰੂਆਤੀ ਦੌਰ ਸੀ, ਹਾਂਜੀ, ਕਬੱਡੀ ਜਦੋਂ ਤੁਸੀਂ ਖੇਡਣੀ ਸ਼ੁਰੂ ਕੀਤੀ ਹੈ, ਹਾਂਜੀ, ਤੇ ਉਸ ਆਪਾਂ ਸਮੇਂ ਦੀ ਗੱਲ ਕਰੀਏ ਤੇ ਉਦੋਂ ਤੁਹਾਨੂੰ ਜਿਹੜਾ ਘਰ ਦਾ ਸਹਿਯੋਗ ਸੀ ਜਾਂ ਉਹ ਮਿੱਤਰਾਂ ਦਾ ਅੱਗੇ, ਉਹ ਕਿਵੇਂ ਸੀ? ਸਰ ਜੀ ਉਦੋਂ ਘਰ ਦਾ ਸਹਿਯੋਗ ਸੀ। ਉਦੋਂ ਮੇਰੇ ਫਾਦਰ ਸਾਹਿਬ ਸਾਊਦੀ ਅਰਬ ਵਿੱਚ ਸੀ ਜੀ, ਆਪਣੇ ਮਾਸਕਟ ਸੀ। ਉਹ ਬੋਰੀ ਚੱਕਦੇ ਹੁੰਦੇ ਸੀ ਆ ਕੇ ਜੀ, ਤੁਹਾਨੂੰ ਦੱਸਿਆ ਸੀ ਪਹਿਲਾਂ ਵੀ। ਹਾਂਜੀ। ਉਹਨਾਂ ਨੇ ਮੈਨੂੰ ਬੋਰੀ ਚੱਕਣ ਦੇ ਤੌਰ ਤੇ ਉਭਾਰਿਆ ਵੀ ਤੂੰ ਬੋਰੀ ਚੱਕਿਆ ਕਰ। ਫਿਰ ਉਹਨਾਂ ਨੇ ਬੋਰੀ ਚੱਕਦਿਆਂ ਨੇ ਮੈਂ ਬੋਰੀ ਚੱਕੀ। ਇੱਥੇ ਸਾਡੇ ਸੱਥ ਸੀ ਜੀ, ਉਹਦੇ 'ਚ ਮੈਂ ਬੋਰੀ ਚੱਕੀ ਵਧੀਆ ਤਰੀਕੇ ਨਾਲ। ਤੇ ਮੈਨੂੰ ਉਹਨਾਂ ਨੇ 1000 ਰੁਪਇਆ ਦਿੱਤਾ ਸੀ ਪਹਿਲੀ ਵਾਰ। ਕਹਿੰਦੇ ਵੀ ਤੂੰ ਆ ਚੱਕ ਘਿਓ ਲਿਆ ਕੇ ਖਾ ਤੇ ਆਪਦਾ ਗੇਮ ਕਰ। ਫਿਰ ਉਹਨਾਂ ਨੇ ਗੇਮ ਕਰਾਈ ਜੀ ਬਹੁਤ ਵਧੀਆ। ਕਿਹੜਾ ਉਹਨਾਂ ਦੀ ਤੁਹਾਨੂੰ ਗੱਲ ਦੱਸਦਾ ਜੀ, ਜਦੋਂ ਆ ਗਏ ਸੀ ਪੱਕੇ 25-26 ਸਾਲਾਂ ਬਾਅਦ, ਤਖਤੂਪੁਰੇ ਮੈਚ ਸਾਡਾ ਮੰਦਰ ਨਾਲ ਹੋਇਆ ਜੀ। ਤੇ ਇੱਕ ਬਜ਼ੁਰਗ ਬੈਠੇ ਸੀ, ਇਹ ਵੀ ਥੱਲੇ ਬੈਠੇ ਸੀ, ਫਾਦਰ ਸਾਹਿਬ ਵੀ ਸਾਡੇ। ਕਹਿੰਦੇ ਵੀ ਮੰਦਰ ਨੂੰ ਕੋਈ ਨਹੀਂ ਰੋਕ ਸਕਦਾ। ਚਲੋ ਕੁਦਰਤੀ ਤੀਜੀ ਕ੍ਰੇਡ ਤੇ ਮੇਰਾ ਜੱਫਾ ਬਣ ਗਿਆ ਜੀ। ਫਿਰ ਇਹਨਾਂ ਨੇ, ਸਾਡੇ ਫਾਦਰ ਸਾਹਿਬ ਨੇ ਉਹ ਬਜ਼ੁਰਗ ਨੂੰ ਕਿਹਾ, ਕਹਿੰਦਾ ਇਹ ਮੇਰਾ ਬੇਟਾ ਬਾਬਾ ਜੱਫਾ ਲਾਊਗਾ। ਚਲੋ 2 ਜੱਫੇ ਹੋਰ ਬਣ ਗਏ ਜੀ। ਫਿਰ ਉਹ ਬਜ਼ੁਰਗ ਕਹਿੰਦਾ ਵੀ ਤੇਰਾ ਪਹਿਲਾ ਬੇਟਾ ਜਿਹਨੇ ਰੋਕਿਆ ਜੀ। ਤੇ ਵਧੀਆ ਜੱਫੇ ਲਾਏ ਜੀ ਆਪਣੇ। ਜਿਵੇਂ ਬੈਲੀ ਹੁਣਾਂ ਨੂੰ ਪਤਾ ਜੀ ਸਾਰਾ, ਬੈਲੀ ਹੁਣੀ ਵਧੀਆ ਆਪਣੇ ਨਾਲ ਰੱਖਦੇ ਸੀ, ਇਕੱਠੇ ਖੇਡੇ ਜੀ। ਕਾਲੇ ਹੁਣਾਂ ਨੂੰ ਪਤਾ, ਗਾਜੀਆਂ ਵਾਲੇ ਸਾਰੇ ਇਕੱਠੇ ਖੇਡੇ। ਸਾਡੀ ਥੋੜ੍ਹੀ ਜਿਹੀ ਰਿਸ਼ਤੇਦਾਰੀ ਵੀ ਰਲਦੀ ਜੀ ਆਪਸ ਵਿੱਚ। ਤੇ ਵਧੀਆ ਅਸੀਂ ਪਿਆਰ ਨਾਲ ਖੇਡਿਆ ਜੀ ਸਭ ਨੇ। ਅੱਛਾ, ਜਿਵੇਂ ਉਸ ਟਾਈਮ ਤੇ ਮਾਝੇ ਮਾਲਵੇ ਦੇ ਜਾਂ ਦੁਆਬੇ ਦੇ ਇਸ ਤਰ੍ਹਾਂ ਦੇ ਸ਼ੋਅ ਮੈਚ ਹੁੰਦੇ ਸੀ, ਇਹ ਤੁਸੀਂ ਖੇਡਿਆ ਕੋਈ? ਹਾਂਜੀ ਖੇਡਿਆ। ਇੱਕ ਸ਼ੁਰੂ 'ਚ ਜੀ ਕਾਲਜ ਕੰਨੀ ਅਸੀਂ ਖੇਡਣ ਗਏ ਸੀ, ਢੇਰੀ ਵਾਲਾ ਮੈਚ ਜੀ। ਤੇ ਉਹਦੇ 'ਚ ਮੈਨੂੰ, ਉਦੋਂ ਮੈਂ ਰੇਡ ਪਾਉਂਦਾ ਸੀ। ਤੇ ਇਹ ਮੰਡੀਕਰਨ ਬੋਰਡ ਵਾਲੇ ਜਿਹੜੇ ਪੱਪੂ ਸਰਾਜ ਹੁਣੀ ਸੀ, ਇਹਨੇ ਮੇਰੇ 30-35 ਚਪੇੜਾਂ ਮਾਰਤੀਆਂ ਜੀ ਲਗਾਤਾਰ ਇੱਕ ਰੇਡ 'ਚ। ਪੱਪੂ ਨੇ ਹਾਂਜੀ ਹਾਂਜੀ, ਜਾਪੀ ਨੇ।
ਤੇ ਇਹ ਕਾਜ ਕੰਨੀ ਖੇਡਦੇ ਸੀ ਉਦੋਂ ਵੀ, ਇਹਨਾਂ ਦੀ ਵੀ ਉਮਰ ਛੋਟੀ ਸੀ ਜੀ। ਤੇ ਇਹਨਾਂ ਨੇ ਚਪੇੜਾ ਮਾਰੀਆਂ, ਬੜੇ ਔਖੇ ਹੋਏ ਸੀ। ਅਸੀਂ ਆਖਿਆ ਅੱਜ ਤੋਂ ਬਾਅਦ ਖੇਡਣ ਨਹੀਂ ਆਉਣਾ ਇੱਥੇ। ਚਲੋ ਹੌਲੀ ਹੌਲੀ ਸਾਨੂੰ ਭੇਤ ਆ ਗਿਆ ਜੀ। ਫਿਰ ਅਸੀਂ ਉੱਧਰ ਢੇਰੀ ਵਾਲੇ ਮੈਚ ਵੀ ਖੇਡੇ ਕਾਫੀ ਸੀ। ਢੇਰੀ ਵਾਲੇ ਮੈਚ ਦੇ ਵਿੱਚ ਤਾਂ ਜ਼ਿਆਦਾ ਖੜਕਾ ਦੜਕਾ ਹੁੰਦਾ ਨਾ ਜੀ। ਤੇ ਰਾਣਾ ਬਾਂਝੀ ਨਾਲ ਤਾਂ ਨਹੀਂ ਕਦੇ ਹੋਇਆ ਮੁਕਾਬਲਾ ਜੀ? ਮੁਕਾਬਲਾ ਕਿਉਂਕਿ ਉਹ ਵੀ ਹੋਇਆ ਜੀ, ਪਰ ਉਦੋਂ ਮੈਂ ਬਤੌਰ ਜਾਫੀ ਸੀ ਜਦੋਂ ਉਹਨਾਂ ਨਾਲ ਖੇਡਿਆ ਮੈਂ ਜੀ। ਹਾਂਜੀ, ਮਤਲਬ ਜਦੋਂ ਤੁਸੀਂ ਰੇਡਰ ਸੀ ਉਦੋਂ ਨਹੀਂ ਜੀ? ਉਦੋਂ ਨਹੀਂ ਹੋਇਆ ਜੀ। ਜੀ। ਸੋ ਤੁਹਾਡੇ ਸਮੇਂ ਦੀ ਕਬੱਡੀ ਤੇ ਅੱਜ ਦੀ ਕਬੱਡੀ ਦੇ ਵਿੱਚ ਕਾਫੀ ਜਿਹੜਾ ਬਦਲਾਅ ਹੈ ਉਹ ਫਰਕ ਆਇਆ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਸਰ ਜੀ, ਸਾਡੇ ਮੁੱਖ ਕਬੱਡੀ ਕਾਫੀ ਅੰਤਰ ਆ ਹੋਣ ਵਾਲੀ ਕਬੱਡੀ ਨੂੰ। ਸਾਡੇ ਮੁੱਖ ਕਬੱਡੀ ਸੀ ਜ਼ੋਰ ਦੀ ਸਿੱਧੀ ਕਬੱਡੀ ਸੀ ਜੀ। ਜਿਵੇਂ ਸਾਡੇ ਮੁੱਖ ਕੋਈ ਧੌਲ ਦਾ ਫੌਲ ਨਹੀਂ ਸੀ, ਕੋਈ ਫਿੱਡੀ ਦਾ ਫੌਲ ਨਹੀਂ ਸੀ, ਕੋਈ ਨਿਆਣੇ ਦਾ ਫੌਲ ਨਹੀਂ ਸੀ। ਹੁਣ ਖੁੱਲੇ ਹੱਥ ਦਾ ਵੀ ਫੌਲ ਆ ਜੀ, ਤੇ ਤਕਨੀਕੀ ਰੇਡਰ ਆ। ਜਿਵੇਂ ਸਾਡੇ ਮੁੱਖ ਸਿੱਧਾ ਚੰਬੜਦੇ ਸੀ ਜੀ, ਹੁਣ 2 ਨੰਬਰ ਤੋਂ ਜਿਵੇਂ ਚੋਰ ਜੱਫੇ ਲਾਉਂਦੇ ਆ ਜੀ, ਤੇ ਫਾਲਾਂ ਦਾ ਕਾਫੀ ਫਰਕ ਪੈ ਗਿਆ ਜੀ। ਤੇ ਆਪਣੇ ਸਾਡੇ ਮੌਕੇ ਕੋਈ ਬਾਹਰ ਟੱਚ ਨਹੀਂ ਸੀ, ਕੋਈ ਲੈਣ ਨਹੀਂ ਦੇਣ ਨਹੀਂ ਸੀ ਜੀ। ਹੁਣ ਰੇਡ ਦਾ ਵੀ ਫਰਕ ਪੈ ਗਿਆ ਜੀ, 30 ਸਕਿੰਟ ਦੀ ਰੇਡ ਆ ਗਈ। ਤੇ ਜਾਫੀ ਵੀ ਆਪਣੇ ਉਹ ਏਰੀਏ 'ਚ ਖੇਡ ਸਕਦੇ ਆ ਜੀ। ਤੇ ਫਸਟ ਟੱਚ ਹੋ ਗਿਆ ਜੀ, ਲਾਈਨ ਤੋਂ ਬਾਹਰ ਜਦੋਂ ਕੱਢਦੇ ਆ ਵੀ ਜਿਹਦਾ ਪਹਿਲਾਂ ਹੱਥ ਲੱਗ ਗਿਆ ਰੇਡ ਦੂਜੇ ਪਾਸੇ 65। ਇਹ ਸਾਡੇ ਮੌਕੇ ਉਦੋਂ ਨਹੀਂ ਸੀ। ਸਾਡੇ ਮੌਕੇ ਕੌਵਨ ਕਰਦੇ ਸੀ ਜੀ, ਖਿੱਚ ਕੇ ਵੀ ਦੁਨੇ ਬਾਹਰ ਲੈ ਜਾਣਾ, ਵੀ ਉਹ ਕੌਵਨ ਹੋ ਜਾਂਦਾ ਸੀ 65 ਜੀ। ਨਹੀਂ, ਇਹ ਹੁਣ ਵੀ ਹੁੰਦਾ ਜੀ? ਹੁਣ ਹੁੰਦਾ ਜੀ, ਹੁਣ ਫਸਟ ਟੱਚ ਆ ਗਿਆ ਨਾ ਜੀ। ਸਾਡੇ ਮੌਕੇ ਫਸਟ ਟੱਚ ਨਹੀਂ ਸੀ। ਫਸਟ ਟੱਚ ਦਾ ਬਹੁਤ ਫਰਕ ਪੈਂਦਾ ਜੀ। ਜਿੱਥੇ ਤਾਂ ਬਸ ਐਂ ਲੈ ਜਾਣਾ ਕੌਵਨ ਫੜ ਕੇ ਜੀ, ਕਿੱਥੇ ਕਿਸੇ ਦਾ ਲੈਣ ਨੂੰ ਪਹਿਲਾਂ ਹੱਥ ਲੱਗ ਗਿਆ ਉਹ ਫਸਟ ਹੋ ਗਿਆ ਜੀ। ਜੀ ਨਹੀਂ, ਪਰ ਫਿਰ ਵੀ ਅਸੀਂ ਹੁਣ ਜਿੱਥੇ ਟੂਰਨਾਮੈਂਟ ਦੇਖਦੇ ਉੱਥੇ ਲਿੰਕ ਸਿਸਟਮ ਹੁੰਦਾ ਜੀ। ਹਾਂ, ਕਈ ਥਾਂ ਲਿੰਕ ਵੀ ਹੁੰਦੇ ਆ ਜੀ, ਕਈ ਥਾਂ ਲਿੰਕ ਵੀ ਸਿਸਟਮ ਹੁੰਦੇ ਆ। ਉਹ ਲਿੰਕ ਵਾਲਾ ਤਾਂ ਹੁੰਦਾ ਵੀ ਫੜਿਆ ਤੇ ਬੰਦਾ ਬਾਹਰ ਚਲੇ ਗਏ ਦੋਨੇ, ਠੀਕ ਆ ਜੀ। ਜਿਹੜਾ ਫਸਟ ਟੱਚ ਰੱਖ ਦਿੰਦੇ ਆ ਜੀ, ਵਿਚਾਲੜੀ ਲੈਣ, ਸੈਂਟਰ ਵਾਲੀ ਲੈਣ, ਉਹ ਫਸਟ ਟੱਚ ਹੁੰਦੀ ਹੈ ਜੀ। ਪੁਸ਼ ਮਾਰੋ ਬਾਹਰ, ਇਹ ਸਾਡੇ ਮੌਕੇ ਨਹੀਂ ਸੀ ਜੀ ਇੰਨਾ ਕੁ। ਨਾ ਕੋਈ ਉਦੋਂ ਪੁਸ਼ ਵਾਲਾ ਇੰਨਾ ਚੱਲਦਾ ਸੀ ਜੀ। ਸਿੱਧੀ ਕਬੱਡੀ ਸੀ, ਜ਼ੋਰ ਵਾਲੀ ਜੀ। ਇਹ ਕਾਫੀ ਅੰਤਰ ਹੈ ਜੀ। ਹਾਂਜੀ। ਤੇ ਇੱਕ ਸਰ ਕਬੱਡੀ 'ਚ ਸਾਡੇ ਮੌਕੇ ਜਿਹੜੀ ਕਬੱਡੀ ਸੀ ਜੀ, 6:30 7 ਵਜੇ ਨੂੰ ਨਿਬੇੜ ਦਿੰਦੇ ਸੀ ਜੀ। ਕਿਸੇ ਟੂਰਨਾਮੈਂਟ ਤੇ ਟਰੈਕਟਰ ਦੀ ਲਾਈਟ ਲਾਉਂਦੇ ਸੀ ਜੀ। ਦੂਜੀਆਂ ਡਰੱਗ ਲਾਈਟਾਂ ਨਹੀਂ ਸੀ ਹੁੰਦੀਆਂ ਜੀ, ਹੁਣ ਡਰੱਗ ਲਾਈਟਾਂ ਚੱਲਦੀਆਂ ਨੇ। 3 ਵਜੇ ਤੱਕ ਪਲੇਅਰ ਖੇਡਦੇ ਨੇ ਜੀ। ਇਹ ਥੋੜ੍ਹੀਆਂ ਜਿਹੀਆਂ ਕਮੇਟੀਆਂ ਨੂੰ ਅਪੀਲ ਆ ਜੀ ਵੀ ਇਹਨਾਂ ਤੋਂ ਸੰਕੋਚ ਕਰਨ, ਪਲੇਅਰਾਂ ਨੂੰ ਪਹਿਲਾਂ ਸੱਦਣ, ਪਹਿਲਾਂ ਕੰਮ ਨਿਬੇੜਨ। ਕਿਉਂਕਿ ਜਿਹੜੇ ਦਰਸ਼ਕ ਆ ਉਹ ਵੀ 3 ਵਜੇ ਤੱਕ ਨਹੀਂ ਬੈਠ ਸਕਦੇ, ਉਹ ਵੀ ਸੇਫ ਨਹੀਂ ਹੈਗੇ। ਪਲੇਅਰ ਆ 3 ਵਜੇ ਮੁੜਦੇ, ਉਹ ਵੀ ਸੇਫ ਨਹੀਂ ਹੈਗੇ। ਕਮੇਟੀਆਂ ਆਪ ਨਹੀਂ ਸੇਫ ਜੀ। ਵੀ ਇਹਦੇ 'ਚ ਬਦਲਾਅ ਹੋਣਾ ਚਾਹੀਦਾ ਥੋੜ੍ਹਾ ਜਿਹਾ, ਵੀ ਹੱਦ 8 ਵਜੇ ਤੱਕ ਸਮਾਪਤ ਹੋ ਜੇ ਟੂਰਨਾਮੈਂਟ। ਸਾਰੇ ਆਪੋ ਆਪਣੇ ਵਧੀਆ ਘਰਾਂ 'ਚ ਜਾਣ, ਪਲੇਅਰ ਵੀ ਸੁਬਾਹ ਆਪਦਾ ਨਹਾ ਕੇ ਵਧੀਆ ਤਰੀਕੇ ਨਾਲ ਦੂਜੇ ਦਿਨ ਟੂਰਨਾਮੈਂਟ 'ਤੇ ਆਉਣ ਜੀ। ਬਿਲਕੁਲ ਜੀ। ਸੋ ਆਪਣੀ ਗੱਲ ਵੈਸੇ ਪਹਿਲਾਂ ਕਰਨੀ ਬਣਦੀ ਸੀ। ਹਾਂਜੀ। ਤੁਸੀਂ ਬੈਸਟ ਜਾਫੀ ਕਿੰਨੇ ਕੁ ਵਾਰੀ ਰਹੇ ਹੋਗੇ ਉਦੋਂ? ਕਿੰਨੇ ਕੁ ਜੱਫੇ ਲਾਉਂਦੇ ਸੀ ਤੇ ਕੀ ਕੁਝ ਮਤਲਬ ਕਿ ਮਿਲਿਆ ਤੁਹਾਨੂੰ? ਹੁੰਦੇ ਤਾਂ ਵੈਸੇ ਕੱਪ ਸੀ, ਪਰ ਕਈ ਵਾਰੀ ਕੋਈ ਸਪੈਸ਼ਲ ਮਾਨ ਸਨਮਾਨ ਹੁੰਦਾ ਜੀ। ਸਰ ਜੀ, ਮੈਂ ਬੈਸਟ ਜਾਫੀ ਮੇਰਾ ਖਿਆਲ ਵੀ 15-16 ਵਾਰ ਬੈਸਟ ਜਾਫੀ ਰਿਹਾ ਹਾਂ ਜੀ। ਤੇ ਕਿਉਂਕਿ ਮੈਂ ਰੂਪੇ ਤੇ ਭਰਤ ਨੂੰ ਕਹਿ ਦਿੰਦਾ ਸੀ ਵੀ ਤੁਹਾਨੂੰ ਕਿੰਨੇ ਜੱਫੇ ਲਾਉ ਟੀਮ। ਜੇ ਉਹਨਾਂ ਨੇ ਕਹਿਣਾ 5 ਤਾਂ ਮੈਂ 10 ਲਾਉਂਦਾ ਸੀ ਜੀ। ਕੰਨੀ ਦਾ ਜਾਫੀ ਸੀ ਜੀ, ਮੈਂ ਭੱਜ ਕੇ ਲੈਂਦਾ ਸੀ ਬੰਦੇ ਨੂੰ। ਤੇ ਮੇਰੇ ਹਿਸਾਬ ਨਾਲ ਜੀ ਕੋਈ ਟੂਰਨਾਮੈਂਟ ਤੇ ਨਹੀਂ ਮੈਂ ਨਿਕਲਿਆ ਹੂੰ ਬੈਸਟ ਜਾਫੀ, ਤੇ ਨਹੀਂ ਤਾਂ ਤਕਰੀਬਨ ਕੱਢਦੇ ਸੀ ਉਦੋਂ ਛੋਟੇ ਛੋਟੇ ਕੱਪ ਦਿੰਦੇ ਹੁੰਦੇ ਸੀ ਬਸ ਜੀ, ਹੋਰ ਤਾਂ ਕੁਛ ਨਹੀਂ। ਸੋ ਤੁਸੀਂ ਬਾਹਰਲੇ ਮੁਲਕ ਗਏ ਜੀ ਕਿਤੇ ਖੇਡਣ? ਕਿਤੇ ਮਿਲਿਆ ਮੌਕਾ ਤੁਹਾਨੂੰ ਬਾਹਰ ਜਾਣ ਦਾ ਜੀ? ਸਰ ਜੀ ਨਹੀਂ, ਸਾਡਾ ਉਦੋਂ ਅਕੈਡਮੀਆਂ ਦੇ ਮੈਚ ਸੀ, ਪ੍ਰਮੋਟਰ ਘੱਟ ਸੀ ਜੀ, ਕਲੱਬਾਂ ਹੀ ਹੁੰਦੀਆਂ ਸੀ ਜੀ। ਕਿਹੜਾ ਸਾਨੂੰ ਅਸੀਂ ਮੈਚ ਬਰਨਾਲੇ ਖੇਡ ਰਹੇ ਸੀ ਜੀ, ਪੱਤੋਂ ਨਾਲ, ਜਿਹਦੇ ਵਿੱਚ ਅਜਮੇਰ ਜਲਾਲ ਸੀ ਤੇ ਨੰਨਾ ਕਬੱਡੀਆਂ ਪਾਉਂਦਾ ਸੀ ਨੰਨੂ ਜੀ। ਉਹ ਅਸੀਂ ਉਹਨਾਂ ਨੂੰ ਲੀਡ ਕੀਤਾ। ਉੱਥੇ ਦਿਲਬਾਗ ਗਿੱਲ ਜੀ ਇੰਗਲੈਂਡ ਵਾਲੇ ਆਏ ਸੀ, ਉਹਨਾਂ ਨੇ ਸਾਨੂੰ ਸਪਾਂਸਰ ਕੀਤਾ। ਸਾਡਾ ਵੀਜ਼ਾ ਨਹੀਂ ਲੱਗਿਆ ਸੀ। ਤੇ ਫਿਰ ਬਾਅਦ 'ਚ ਇੱਕ ਵਾਰੀ ਸਾਡੇ ਪੈਂਕਾ ਜੀ ਆ ਇੰਗਲੈਂਡ ਦੇ ਵਿੱਚ ਪ੍ਰਮੋਟਰ, ਉਹਨਾਂ ਨੇ ਪ੍ਰਮੋਟਰ ਸਾਨੂੰ ਕੀਤਾ ਸਪਾਂਸਰ, ਨਹੀਂ ਵੀਜ਼ਾ ਮਿਲਿਆ, ਫਿਰ ਵੀ ਨਹੀਂ ਮਿਲਿਆ ਜੀ। ਬਸ ਏਸ਼ੀਆ ਖੇਡ ਕੇ ਆਇਆ ਜਿਹੜਾ ਜੀ, ਮਲੇਸ਼ੀਆ ਉਹੀ ਖੇਡ ਕੇ ਆਇਆ ਜੀ। ਜੀ ਮਤਲਬ ਤੁਹਾਨੂੰ ਕਹਿ ਲਈਏ ਵੀ ਤੁਹਾਨੂੰ ਸਪਾਂਸਰਾਂ ਦਾ ਆਈਆਂ ਪਰ ਤੁਹਾਨੂੰ ਵੀਜ਼ਾ ਨਹੀਂ ਮਿਲਿਆ, ਰਿਫਿਊਜ਼ ਹੁੰਦੇ ਰਹੇ ਤੁਹਾਡੇ? ਰਿਫਿਊਜ਼ ਹੋ ਗਿਆ ਜੀ। ਜੀ। ਤੇ ਤੁਸੀਂ ਕਬੱਡੀ ਛੱਡੀ ਕਦੋਂ ਸੀ ਤੇ ਕਿਉਂ ਛੱਡੀ ਸੀ? ਸਰ ਜੀ ਮੈਂ 2010 'ਚ ਛੱਡਤੀ ਸੀ ਜੀ। 40 ਸਾਲਾ ਮੈਚ ਖੇਡੇ ਸੀ, 4-5 ਸਾਲ।
ਉਸ ਤੋਂ ਬਾਅਦ ਛੱਡਤੀ। ਇੱਕ ਤਾਂ ਸਰ ਏਜ ਮੁਤਾਬਕ ਏਜ ਹੋ ਗਈ ਸੀ, ਇੱਕ ਥੋੜ੍ਹੀਆਂ ਜਿਹੀਆਂ ਮਜਬੂਰੀਆਂ ਸੀ ਘਰਾਂ ਦੀਆਂ, ਤੁਹਾਨੂੰ ਦੱਸਿਆ ਸੀ ਨੌਕਰੀ ਚਲੇ ਗਈ ਸੀ ਜੀ, ਉਹਦਾ ਕਰਕੇ ਫਿਰ ਮੈਨੂੰ ਪੈਸੇ ਦਾ ਸੋਰਸ ਬਣਾਉਣਾ ਪਿਆ, ਕੈਂਪ ਲਾਉਣੇ ਪਏ, ਕੋਚਿੰਗ ਦੇਣੀ ਪਈ, ਮੁੰਡੇ ਮੇਰੀ ਮਦਦ ਕਰਦੇ ਸੀ ਜੀ। ਤੇ ਤੁਹਾਡੇ ਬੈਚ ਦੇ ਖਿਡਾਰੀਆਂ ਦੇ ਵਿੱਚੋਂ ਤੁਹਾਡੇ ਮਨਪਸੰਦ ਖਿਡਾਰੀ ਕਿਹੜੇ ਸੀ, ਰੇਡਰ ਵੀ ਤੇ ਜਾਫੀ ਵੀ? ਸਰ ਜੀ ਪਹਿਲੇ ਨੰਬਰ 'ਤੇ ਤਾਂ ਹਰਜੀਤ ਹੀ ਆਉਂਦੇ ਨੇ ਜੀ, ਬਹੁਤ ਵਧੀਆ ਕਬੱਡੀ ਖੇਡੀ ਉਹਨਾਂ ਨੇ, ਨੌਨ ਸਟਾਪ ਖੇਡੇ ਨੇ। ਅਤੇ ਆਪਣੇ ਜਾਪੀਆਂ 'ਚੋਂ ਮੰਦਰ ਭਗਤਗੜੀਆ ਬਹੁਤ ਵਧੀਆ ਖੇਡਿਆ, ਭਾਈ ਰੂਪੇ ਵਾਲਾ ਬਾਘਾ ਬਹੁਤ ਵਧੀਆ ਖੇਡਿਆ ਜੀ। ਅਤੇ ਬੁਰਜ ਮੀਰਾ ਰਾਮੂ ਬਹੁਤ ਵਧੀਆ ਖੇਡਿਆ, ਗਰਮੀਤ ਕੁੱਸਾ ਬਹੁਤ ਵਧੀਆ ਖੇਡਿਆ ਜੀ। ਅਤੇ ਆਪਣੇ ਬੈਲੀ ਚੂੜ ਚੱਕੀ ਆ ਜੀ, ਮੰਦਰ ਗਾਲਬ ਜੀ ਬਹੁਤ ਵਧੀਆ ਖੇਡੇ ਨੇ, ਵਧੀਆ ਰੇਡਰ ਸੀ। ਅਤੇ ਦਰਸ਼ਨ ਬਚੀ ਹੁਣੀ ਜਾਫੀ ਵਧੀਆ, ਸਰਿੰਦਰ ਹੁਣੀ ਵਧੀਆ ਜਾਫੀ ਸੀ, ਗੀਤੀ ਹੂੜਲਾ ਉਹ ਵੀ ਵਧੀਆ ਜਾਫੀ ਸੀ, ਸਾਡੇ ਨਾਲ ਸ਼ੋਅ ਮੈਚ ਲੱਗਿਆ। ਅਤੇ ਵਧੀਆ। ਤੁਹਾਡੇ ਮਨਪਸੰਦ ਕਿਹੜੇ ਸੀ ਨਾ ਜੀ? ਇਹ ਵਧੀਆ ਹੀ ਸੀ ਜੀ, ਜਿਹੜੇ ਵਧੀਆ ਕਬੱਡੀ ਖੇਡਦੇ ਜੀ ਮਨਪਸੰਦ ਬਣ ਜਾਂਦੇ ਆ ਜੀ। ਹਾਂਜੀ। ਅਤੇ ਅੱਜ ਕੱਲ੍ਹ ਦੀ ਗੱਲ ਕਰੀਏ ਤੇ ਅੱਜ ਕੱਲ੍ਹ ਕਿਹੜੇ ਖਿਡਾਰੀ ਵਧੀਆ ਲੱਗਦੇ ਤੁਹਾਨੂੰ? ਅੱਜ ਕੱਲ੍ਹ ਜੀ ਪਹਿਲਾਂ ਤਾਂ ਆਪਣੇ ਪ੍ਰੀਤਮ ਜੀ ਸਾਡੇ ਨਾਲ ਖੇਡੇ ਆ, ਚਲੋ ਸੰਸਪੁਰੀਆ ਸੌਰੀ ਉਹਨਾਂ ਦਾ ਨਾਂ ਨਹੀਂ ਲੈ ਗਿਆ। ਅਤੇ ਉਹਨਾਂ ਦੇ ਬੇਟੇ ਸੁਲਤਾਨ ਜੀ ਬਹੁਤ ਵਧੀਆ ਸਾਫ ਸੁਥਰੀ ਗੇਮ ਖੇਡਦੇ, ਕਿਸੇ ਦੇ ਕੁਛ ਨੂੰ ਮੁੱਕੀ ਨਹੀਂ ਕਰਦੇ ਜੀ। ਦੁੱਲਾ ਬਗਿਆਣਾ ਉਹ ਬਹੁਤ ਵਧੀਆ ਜੀ। ਅਤੇ ਆਪਣੇ ਸੰਦੀਪ ਜਲੁੱਧਰ ਵੀ ਵਧੀਆ ਖੇਡਿਆ ਜੀ। ਅਤੇ ਮੁੰਡੇ ਵਧੀਆ, ਸੰਦੀਪ ਦੋਦਾ ਵਧੀਆ ਜੀ, ਸਾਰੇ ਵਧੀਆ ਮੁੰਡੇ ਨੇ। ਜੀਵਨ ਵਧੀਆ ਸੀ, ਕੀਪਸ ਵਧੀਆ, ਸਦੋਲੀਆ ਵਧੀਆ ਰੇਡਾਂ ਮਾਰੀਆਂ ਉਹਨਾਂ ਨੇ। ਅਤੇ ਜਾਪੀਆਂ 'ਚ ਜਿਵੇਂ ਸੰਦੀਪ ਜੀ, ਸੰਧੂ, ਖੁਸ਼ੀ ਦੁੱਗਾ ਅਤੇ ਜਲਾਲਾ ਪਾਲਾ ਜਲਾਲਪੁਰੀਆ ਬਹੁਤ ਵਧੀਆ ਖੇਡਿਆ ਜੀ। ਪਾਲਾ ਲੋਹਗੜ੍ਹੀ ਵਧੀਆ ਖੇਡਿਆ ਜੀ। ਅਤੇ ਮੰਗੀ ਬਹੁਤ ਵਧੀਆ, ਹਾਂ ਵਧੀਆ ਲੌਂਗ ਦਾ ਵਧੀਆ ਰੇਡਰ ਜਾਪੀ ਹੈ ਜੀ ਮੰਗੀ। ਅਤੇ ਅੱਜ ਕੱਲ੍ਹ ਫਿਰ ਕੀ ਕੁਛ ਕਰਦੇ ਹੋ ਨਾਲ ਨਾਲ ਤੁਸੀਂ? ਸਰ ਜੀ ਮੈਂ ਕੋਚਿੰਗ ਦਿੰਦਾ ਜੀ ਕਬੱਡੀ ਦੀ, ਜਿਵੇਂ ਹੁਣ ਮੇਰਾ ਕੈਂਪ ਇੱਕ ਇੱਥੇ ਪਿੰਡ ਲਾਇਆ ਹੋਇਆ ਜੀ, ਸੁਬਾਹ ਗਰਾਊਂਡ 'ਚ ਜਾਂਦਾ, ਇੱਥੇ ਮੇਰੇ ਕੋਲ ਚੱਕ ਵਾਲੇ ਮੁੰਡੇ ਆਉਂਦੇ ਆ, ਤਾਜੀ ਹੁਣੀ, ਇਕਬਾਲ ਗਹਿਣਾ ਆਉਂਦਾ ਜੀ, ਮਣੀ ਮੂਮਾ ਵਾਲਾ ਆਉਂਦਾ, ਸੂਹੀਆਂ ਵਾਲੇ ਹਰਮਨ ਹੁਣੀ ਆਉਂਦੇ ਆ, ਚੱਕਰ ਵਾਲੇ ਆਉਂਦੇ ਆ। ਅਤੇ ਇੱਕ ਮੇਰਾ ਲੋਕਲ ਕੈਂਪ ਆ ਜੀ, ਅਸੀਂ ਸ਼ਾਮ ਨੂੰ ਜਾਂਦੇ ਹਾਂ, ਦਵਿੰਦਰ ਕਾਲਾ ਮੇਰੇ ਨਾਲ ਹੁੰਦਾ, ਉੱਥੇ ਪਾਲੇ ਹੁਣੀ, ਗੋਲਡੀ ਹੁਣੀ, ਬਿੱਲੇ ਹੁਣੀ ਸਾਰੇ ਹੁੰਦੇ ਆ, ਕਾਲੇ ਹੁਣੀ, ਦੇਵ, ਇਹ ਸਾਰੇ ਹੁੰਦੇ ਜੀ ਉੱਥੇ 20-25 ਜਾਣੇ, ਉਹਨਾਂ ਨਾਲ ਕੋਚਿੰਗ ਦੇ ਕੇ ਟਾਈਮ ਪਾਸ। ਅਤੇ ਬਾਕੀ ਆਪਾਂ ਗੱਲ ਕਰੀਏ ਜਿਹੜੇ ਤੁਹਾਡੇ ਪਿੰਡ ਦੀਆਂ ਨਾਮੀ ਸ਼ਖਸੀਅਤਾਂ ਨੇ ਕੁਝ, ਹਾਂਜੀ ਕਬੱਡੀ ਦੇ ਵਿੱਚ ਗੱਲ ਕਰੀਏ ਤਾਂ ਏਕਮ ਬਾਈ ਦੀ, ਹਾਂਜੀ, ਅਤੇ ਜਾਂ ਹੋਰ ਤੁਹਾਡੇ ਕਤੂਰ ਸਾਹਿਬ, ਅਤੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਮੈਂ ਅੰਬੀ ਬਾਰੇ ਗੱਲ ਕਰਦਾ ਜੀ। ਸਾਡਾ ਚਲੋ ਜੂਨੀਅਰ ਸੀ, ਸਾਡੇ ਨਾਲ ਮੈਚ ਵੀ ਲੱਗੇ ਨੇ, ਅਸੀਂ ਖੇਡੇ ਵੀ ਹਾਂ ਇਕੱਠੇ 2 ਸਾਲ। ਅਤੇ ਸਾਡੀ ਦੇਣ ਸੀ ਉਹ, ਮੈਂ ਤੇ ਭਰਥਾ ਉਹਨਾਂ ਦੇ ਨੁਮਾਇੰਦਗੀ ਕਰਦੇ ਸੀ। ਅਤੇ ਉਹ ਬਹੁਤ ਵਧੀਆ ਖੇਡਿਆ ਜੀ। 2005 'ਚ ਉਹਨਾਂ ਦੀ ਡੈਥ ਹੋ ਗਈ ਜੀ, 31 ਜੁਲਾਈ 2005 ਨੂੰ। ਉਸ ਤੋਂ ਬਾਅਦ ਸੀਰਾ ਵਧੀਆ ਮੋਗਾ ਅਕੈਡਮੀ 'ਚ ਸੀ। ਇਹ ਸਾਡੇ ਪਿੰਡ ਸਾਰਾ ਹੀ ਨਰਸਰੀ ਹੈ ਜੀ ਕਬੱਡੀ ਦੀ ਸ਼ੁਰੂ ਤੋਂ। ਅਤੇ ਸੀਰਾ ਜੀ ਬਹੁਤ ਵਧੀਆ ਖੇਡੇ ਨੇ ਮੁੰਡਾ। ਉਹ ਅਮਨਾ ਮੁੰਡਾ ਬਹੁਤ ਵਧੀਆ ਉੱਠਿਆ ਸੀ ਜੀ, ਉਹਦੀ ਐਕਸੀਡੈਂਟ 'ਚ ਦੁਰਘਟਨਾ ਹੋ ਗਈ ਸੀ ਵਿਚਾਰੇ ਦੀ। ਅਤੇ ਬੱਬੂ ਹੋਇਆ, ਉਹਦੀ ਵੀ ਦੁਰਘਟਨਾ ਹੋ ਗਈ ਜੀ ਵਿਚਾਰੇ। ਸੈਂਡੀ ਸੀ, ਉਹ ਵੀ ਦੁਰਘਟਨਾ ਸੀ। ਇਹਨਾਂ ਦੇ ਨਾਲ ਦੇ ਦਵਿੰਦਰ ਕਾਲਾ ਜੀ ਅਤੇ ਏਕਮ, ਨਿਰਭੈ, ਨਾਨਕ। ਅਤੇ ਹੁਣ ਸਾਡੇ ਪਿੰਡ ਦੇ ਜਿਵੇਂ ਬਿੱਲਾ ਉੱਠਿਆ ਜੀ ਵਧੀਆ ਮੁੰਡਾ, ਰਾਣਾ ਉੱਠਿਆ, ਛੋਟੀ ਬਿੱਲਾ ਤਾਂ ਓਪਨ ਵਾਲਾ ਜੀ, ਰਾਣਾ ਅਜੇ 70-75 ਕਿਲੋ ਵਾਲਾ, ਰੂਪੇ ਦੇ ਦੋਨੇ ਲੜਕੇ ਵਧੀਆ ਉੱਠੇ ਆ ਜੀ। ਆਕਾਸ਼ ਉਹ ਵੀ 70-75 ਕਿਲੋ ਵਾਲਾ ਜੀ, ਵਧੀਆ ਚੱਲ ਰਿਹਾ ਜੀ ਅਜੇ ਉਹਨਾਂ ਦਾ ਵੀ। 2 ਸਾਲਾਂ ਨੂੰ ਓਪਨ 'ਚ ਕੁਛ ਕਰਨ ਕੀ ਸੀ। ਅਤੇ ਇਸ ਤਰ੍ਹਾਂ ਹੀ ਸਾਡੀ ਇੱਕ ਮਹਾਨ ਸ਼ਖਸੀਅਤ ਹੈ ਜੀ, IPS ਗੁਰਪ੍ਰੀਤ ਸਿੰਘ ਧੂਰ ਜੀ, ਬਹੁਤ ਹੀ ਪੰਜਾਬ 'ਚ ਪ੍ਰਸਿੱਧ ਇਮਾਨਦਾਰ ਅਫਸਰ ਨੇ ਜੀ। IG ਉਹ ਐਡਮਨ ਲੱਗੇ ਹੋਏ ਨੇ ਚੰਡੀਗੜ੍ਹ ਜੀ। ਇਮਾਨਦਾਰ ਅਫਸਰ ਨੇ, ਗਰੀਬਾਂ ਦੀ ਹੈਲਪ ਕਰਨ ਵਾਲੇ ਨੇ, ਲਿਖਾਰੀ ਨੇ ਜੀ ਬਹੁਤ ਵਧੀਆ, ਕਿਤਾਬਾਂ ਬੁੱਕਾਂ ਬਹੁਤ ਲਿਖੀਆਂ ਨੇ। ਅਤੇ ਇਸ ਤਰ੍ਹਾਂ ਹੀ ਸਾਡੇ ਪਿੰਡ ਦੇ ਹਰਜੋਤ ਸਿੰਘ ਜੀ ਆ, ਹਾਕੀ ਦੇ ਸਬ ਇੰਸਪੈਕਟਰ ਨੇ ਪੰਜਾਬ ਪੁਲਿਸ 'ਚ ਜਲੰਧਰ। ਉਹ ਇੰਡੀਆ ਦੇ ਟੀਮ ਦੇ ਗੋਲਕੀਪਰ ਨੇ ਜੀ, ਅੱਜ ਕੱਲ੍ਹ ਉਹ ਐਜ ਏ ਗੋਲਕੀਪਰ ਚੱਲ ਰਹੇ ਨੇ ਜੀ ਇੰਡੀਆ ਦੀ ਟੀਮ ਦੇ। ਅਤੇ ਵਧੀਆ ਮਹਾਨ ਸ਼ਖਸੀਅਤਾਂ ਨੇ ਜੀ, ਬਹੁਤ ਵਧੀਆ ਜੀ। ਮੰਗਲ ਟੂਰ ਜੀ ਬਹੁਤ ਵਧੀਆ ਨੇ। ਸਾਡੇ ਹੋਰ ਰਾਈਟਰ ਵੀ ਕਈ ਨੇ ਹੈਗੇ ਨੇ, ਜਿਵੇਂ ਹੁਣ ਨਵੇਂ ਰਾਈਟਰ ਨੇ
ਜੱਟ ਸਿੱਧੂ ਤੋਂ ਕਿਸ਼ਤ ਕਢਾਈ ਹੈ ਜੀ, ਆਪਣੇ ਸਰਜੀਤ ਹਰਮਨ ਜੀ ਉਹਨਾਂ ਨੇ ਕਢਾਈ ਆ, ਵਧੀਆ ਕਈ ਰਾਈਟਰ ਵਧੀਆ ਨੇ ਜੀ। ਹਾਂਜੀ ਸਰ, ਇੱਕ ਮੈਂ ਦੱਸਣਾ ਚਾਹੁੰਦਾ ਜੀ, ਸਾਡੇ ਏਕਮ ਜੀ ਵਰਲਡ ਦੇ ਵਧੀਆ ਜਾਫੀ ਹੋਏ ਨੇ ਜੀ, ਜਿਨ੍ਹਾਂ ਨੇ ਪਾਕਿਸਤਾਨ ਨੂੰ 12 ਟੱਚ ਕਰੇ ਤੇ 12 ਹੀ ਜੱਫੇ ਸੀ ਜੀ। ਜੇ ਉਧਰ ਆਪਣੇ ਖੇਡਦੇ ਹੁੰਦੇ ਕਿ ਚਿਸ਼ਤੀ ਹੁਣੀ ਜੀ, ਭੱਟ ਹੁਣੀ, ਉਹਨਾਂ ਨੂੰ ਜੱਫੇ ਲਾਏ ਜਿਹਨੇ ਟਰੈਕਟਰ ਜਿੱਤ ਕੇ ਮਾਲਵੇ ਦੀ ਝੋਲੀ 'ਚ ਪਾਇਆ ਜੀ ਇਹਨਾਂ ਨੇ ਪਹਿਲੀ ਵਾਰ। ਤੇ ਇੱਕ ਇਹਨਾਂ ਦੀ ਗੱਲ ਹੋਰ ਸੀ ਜੀ, ਵੀ ਇੱਕ ਵਾਰੀ ਇਹਨਾਂ ਨੇ ਰਜਿਸਟਰੀ ਕਰਾਈ ਸੀ ਜਗਰਾਉਂ ਜੀ ਪਲਾਟ ਦੀ, ਤੇ ਐਸਡੀਐਮ ਸਾਹਿਬ ਦੇ ਸਾਹਮਣੇ ਕੁਰਸੀ ਤੇ ਬੈਠੇ ਸੀ ਤਹਿਸੀਲਦਾਰ ਸਾਹਿਬ। ਹਾਂਜੀ, ਤਹਿਸੀਲਦਾਰ ਸਾਹਿਬ ਜੀ, ਉਹਨਾਂ ਨੇ ਉੱਠ ਕੇ ਇਹਨਾਂ ਨਾਲ ਰਜਿਸਟਰੀ ਦੇ ਵਿੱਚ ਆਪਦੀ ਫੋਟੋ ਕਰਾਈ, ਵੀ ਇੱਕ ਐਡੇ ਨਾਮਵਰ ਵਰਲਡ ਲੈਵਲ ਦੇ ਪਲੇਅਰ ਵੀ ਸਾਡੇ ਸਾਹਮਣੇ ਖੜੇ ਨੇ, ਮੈਂ ਕੁਰਸੀ ਤੇ ਬੈਠਾ। ਉਹਨਾਂ ਨੇ ਉੱਠ ਕੇ ਇਹਨਾਂ ਨਾਲ ਰਜਿਸਟਰੀ ਦੇ ਵਿੱਚ ਫੋਟੋ ਕਰਾਈ ਸੀ, ਮਤਲਬ ਉੱਠ ਕੇ ਨੇੜੇ ਆਏ ਜੀ। ਬੜਾ ਸਾਨੂੰ ਮਾਣ ਹੋਇਆ ਜੀ ਇਸ ਗੱਲ ਦਾ। ਇਸ ਤਰ੍ਹਾਂ ਹੀ ਮੰਗਲ ਜੀ ਨੇ ਕਿਹੜਾ ਸਾਡੀਆਂ ਇੱਥੋਂ ਸਾਡੇ ਪਿੰਡ ਦੀਆਂ ਗੱਡੀਆਂ ਸੀ, ਲਾਲੀ ਪ੍ਰਮੋਟਰ ਜੀ ਨੇ, ਢਾਲੀਵਾਲ ਪ੍ਰਮੋਟਰ, ਉਹਨਾਂ ਦੇ ਘਰਾਂ 'ਚੋਂ, ਤੇ ਉਹਨਾਂ ਨੇ ਗੱਡੀਆਂ ਜਾਂਦੀਆਂ ਸੀ ਉਹਨਾਂ ਦੀਆਂ ਜਲੰਧਰ ਜੀ, ਉੱਥੇ ਈਟੀਓ ਨੇ ਘੇਰ ਲਈਆਂ ਗੱਡੀਆਂ, ਲੋਡ ਸੀ ਜੀ। ਉਹਨਾਂ ਨੂੰ ਪਿੰਡ ਪੁੱਛਿਆ ਗਿਆ, ਕਹਿੰਦੇ ਕਿਹੜਾ ਪਿੰਡ ਆ? ਕਹਿੰਦੇ ਠੂਰ। ਕਹਿੰਦੇ ਮੰਗਲ ਠੂਰ ਨੂੰ ਜਾਣਦੇ ਹੋ? ਕਹਿੰਦੇ ਹਾਂਜੀ, ਹੁਣ ਬੁਲਾ ਲੈਂਦੇ ਆ। ਉਹਨਾਂ ਨੇ ਫੋਨ ਕੀਤਾ, ਚਲੋ ਮੰਗਲ ਰਾਮਾ ਮੰਡੀ 'ਚ ਸੀ ਜੀ, ਨੇੜੇ ਸੀ, ਉੱਥੋਂ ਮੰਗਲ ਆ ਗਿਆ। ਉੱਥੇ ਈਟੀਓ ਨੇ ਸਾਰੇ ਟਰੱਕ ਡਰਾਈਵਰਾਂ ਨੂੰ ਮੰਗਲ ਜੀ ਨੂੰ ਬਿਠਾ ਕੇ ਚਾਹ ਪਾਣੀ ਪਿਆ ਕੇ ਤੋਰਿਆ, ਤੇ ਸਰਟੀਫਿਕੇਟ ਦਿੱਤਾ, ਕਹਿੰਦਾ ਤੁਹਾਨੂੰ ਪੰਜਾਬ 'ਚ ਕੋਈ ਨਹੀਂ ਘੇਰਦਾ ਜੀ। ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਸਾਡੇ ਪਿੰਡ ਦੀਆਂ ਬਹੁਤ ਵਧੀਆ ਜੀ, ਜਿਨ੍ਹਾਂ ਦੇ ਨਾਂ 'ਤੇ ਸਾਡੇ ਪਿੰਡ ਨੂੰ ਮਾਣ ਹੈ ਜੀ। ਬਿਲਕੁਲ ਜੀ। ਤੇ ਅੱਜ ਕੱਲ੍ਹ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਸਰ ਜੀ, ਮੇਰੇ 2 ਬੇਟੇ ਨੇ ਜੀ। ਸੌਰੀ, ਮੈਂ ਪਹਿਲਾਂ ਗੱਲ ਕਰਨੀ ਚਾਹੁੰਦਾ ਸੀ ਜੀ। ਤੇ ਮੇਰੇ ਮਿਸਿਜ ਨੇ ਆਪਣੇ ਹਰਵਿੰਦਰ ਕੌਰ ਜੀ, ਉਹਨਾਂ ਦਾ ਬਹੁਤ ਸਾਥ ਆ, MA ਮਿਊਜ਼ਿਕ ਕਰੀ ਹੋਈ ਹੈ ਜੀ ਉਹਨਾਂ ਨੇ, ਤੇ ਅਸੀਂ ਇਕੱਠੇ ਰਹਿੰਦੇ ਜੀ। 2 ਮੇਰੇ ਬੇਟੇ ਆ, ਇੱਕ ਮੇਰਾ ਬੇਟਾ ਪੰਜਾਬ ਪੁਲਿਸ 'ਚ ਆ, ਉਹ ਵੀ ਨੈਸ਼ਨਲ ਦਾ ਐਥਲੀਟ ਸੀ ਜੀ, ਨੈਸ਼ਨਲ 'ਚੋਂ ਵਿੱਚੋਂ ਮੈਡਲ ਆ ਜੀ ਉਹਦੇ, ਉਸੇ ਬੇਸ 'ਤੇ ਉਹਨੂੰ ਭਰਤੀ ਕੀਤਾ ਗਿਆ ਜੀ। ਤੇ ਇੱਕੋ ਪਿੰਡ ਦੇ ਵਿੱਚੋਂ ਇੱਕੋ ਬੇਟਾ ਮੇਰਾ ਭਰਤੀ ਹੋਇਆ ਸੀ ਜੀ। 1300 ਐਪਲੀਕੇਸ਼ਨ ਸੀ, ਜਿਹਦੇ ਵਿੱਚੋਂ ਮੇਰੇ ਬੇਟੇ ਦੀ ਸਿਲੈਕਸ਼ਨ ਹੋ ਗਈ ਸੀ ਜੀ। ਤੇ ਇੱਕ ਬੇਟਾ ਜੀ ਜਿਹੜਾ GNM ਕਰਦਾ ਰੈਕੋਟ +2 ਕਰਕੇ, ਤੇ ਬਸ 4 ਹੀ ਜੀ ਜੀ ਪਰਿਵਾਰ ਦੇ ਵਿੱਚ, ਤੇ ਬਾਕੀ ਠੀਕ ਆ ਜੀ, ਬਸ ਚੱਲੀ ਜਾਂਦਾ ਜੀ, ਤੁਹਾਨੂੰ ਪਤਾ ਹੀ ਹੈ। ਤੇ ਤੁਸੀਂ ਬੇਟਿਆਂ ਨੂੰ ਨਹੀਂ ਕਬੱਡੀ ਵਾਲੇ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ? ਸਰ ਜੀ, ਮੈਂ ਛੋਟੇ ਬੇਟੇ ਨੂੰ ਤਿਆਰ ਕਰ ਰਿਹਾ ਜੀ। ਇਹ ਮੇਰੇ ਬੇਟਿਆਂ ਦੀ ਹਾਈਟ ਸੀ ਜਿਹੜੀ ਜੀ 6 ਫੁੱਟ 4 ਇੰਚ ਆ ਜੀ, ਤੇ ਹਾਈਟ ਕਰਕੇ ਉਹਨਾਂ ਦੇ ਸਰੀਰ ਸੀ ਸਲਿਮ, ਪਤਲੇ ਸੀ ਜੀ। ਹੁਣ ਮੈਂ ਛੋਟੇ ਬੇਟੇ ਨੂੰ ਡਾਈਟ ਦੇ ਰਿਹਾ ਵੀ ਉਹਨੂੰ ਅਗਲੇ ਸਾਲ 85 ਕਿਲੋ weight ਹੋ ਗਿਆ ਜਦੋਂ, ਵੀ ਫਿਰ ਗਰਾਊਂਡ 'ਚ ਤਾਰਨਾ। ਤੇ ਵੱਡਾ ਬੇਟਾ ਵੀ ਕਬੱਡੀ ਵੀ ਖੇਡਦਾ, 70 ਕਿਲੋ ਰੁਪਏ ਦੇ ਵਿੱਚ ਹੈ ਨਾ, ਤੇ ਉਹ ਬਸ ਜੋਬ ਮਿਲਣ ਕਰਕੇ ਫਿਰ ਉੱਧਰ ਚੱਲ ਰੁਝਾਨ ਹੋ ਗਿਆ ਜੀ, ਇੱਧਰੋਂ ਫਿਰ ਨਾ ਕੱਟ ਹੋ ਗਿਆ ਥੋੜ੍ਹਾ ਜੀ। ਸੋ ਬੜਾ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਹੁਣ ਲਾਸਟ ਦੇ ਵਿੱਚ ਤੁਸੀਂ ਆਪਣੇ ਖੇਡ ਤਜਰਬੇ ਦੇ ਮੁਤਾਬਕ ਕੀ ਕਹਿਣਾ ਚਾਹੁੰਦੇ ਹੋ? ਸਰ ਜੀ, ਮੈਂ ਪ੍ਰੇਰਨਾ ਦੇਣਾ ਚਾਹੁੰਦਾ ਜੀ ਛੋਟੇ ਬੱਚਿਆਂ ਨੂੰ। ਪਹਿਲੀ ਪ੍ਰੇਰਨਾ ਤਾਂ ਇਹ ਹੈ ਜੀ, ਜਿਹੜੇ ਕਮੇਟੀਆਂ ਨੇ ਟੂਰਨਾਮੈਂਟ, ਉਹਨਾਂ ਨੂੰ ਇੱਕ ਗੱਲ ਰਹਿ ਗਈ ਸੀ ਮੇਰੀ ਅਪੀਲ ਕਰਨੀ, ਵੀ ਜਿਹੜੇ 3 ਬੱਚੇ ਬਾਹਰੋਂ ਖੇਡਦੇ ਆ ਜੀ, ਇਹ ਬੰਦ ਹੋਣੇ ਚਾਹੀਦੇ ਆ ਜੀ। ਇੱਕ ਪਲੇਅਰ ਬਾਹਰੋਂ ਰੱਖ ਕੇ ਚੱਲਣ ਤਾਂ ਨਾਲ ਪਿੰਡ ਦੇ ਬੱਚੇ ਛੋਟੇ ਚੱਲ ਪੈਂਦੇ ਆ ਜੀ। ਜੇ ਹੁਣ ਮੇਰੇ ਪਿੰਡ ਦੇ ਮੰਨ ਲਓ ਇੱਕ ਮੁਣੀ 3 ਜਾਣੇ ਤਕੜੇ ਜੀ, 3 ਬਾਹਰੋਂ ਲਿਆਂਦੇ, 3 ਜਿੱਤ ਕੇ 6 ਜਾਣੇ ਜੀ, ਦੂਜੇ ਛੋਟੇ ਬੱਚਿਆਂ ਨੂੰ ਕੋਈ ਸੇਧ ਨਹੀਂ ਮਿਲੀ ਜੀ, ਵੀ ਉਹ ਆਪਦੀ ਟੀਮ ਪਿੰਡ ਦੀ ਬਣਾ ਕੇ ਲਿਜਾਣ, ਪਿੰਡ ਦਾ ਨਾਂ ਕੱਢਣ, ਪਿੰਡ ਦੀ ਟੀਮ ਦਾ ਰੋਸ਼ਨ ਕਰਨ ਜੀ। ਵਧੀਆ ਬੱਚੇ ਤਕੜੇ ਹੁਣ, ਗੇਮਾਂ ਤਾਂ ਬਹੁਤ ਵਧੀਆ ਸੇਧ ਆ ਜੀ, ਜੇ ਗੇਮਾਂ ਸਹੀ ਤਰੀਕੇ ਨਾਲ ਖੇਡੀਆਂ ਜਾਣ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਸਾਡੇ ਜੋਗਾ ਸਮਾਂ ਕੱਢਿਆ ਤੇ ਆਪਣੀ ਜ਼ਿੰਦਗੀ ਦੀਆਂ ਬੇਸ਼ਕੀਮਤੀ ਗੱਲਾਂ ਨੇ ਜੋ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਸੋ ਸਾਡੇ ਵੱਲੋਂ ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਖੇਡ ਕਬੱਡੀ ਦੇ ਪ੍ਰਸਿੱਧ ਖਿਡਾਰੀ ਆਪਣੇ ਸਮੇਂ ਦੇ ਸਰਦਾਰ ਪ੍ਰਗਟ ਸਿੰਘ ਜੀ ਹਠੂਰ। ਅੱਜ ਆਪਾਂ ਨੇ ਗੱਲਬਾਤ ਕੀਤੀ। ਸੋ ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਕਬੱਡੀ ਖਿਡਾਰੀ ਦੇ ਜਾਂ ਕਿਸੇ ਨਾ ਕਿਸੇ ਖੇਤਰ ਦੇ ਨਾਲ ਜੁੜੀ ਹੋਈ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ। ਵੇਖਦੇ ਰਹੋ ਰੰਗ ਪੰਜਾਬ ਦੇ YouTube ਚੈਨਲ। ਸਤਿ ਸ੍ਰੀ ਅਕਾਲ।